अस्सलाम वालेकुम ख़ातून हज़रात, मैं हूँ इसरार अहमद कसान। ख़ातून हज़रात, आज 26 जनवरी और रिपब्लिक डे ऑफ इंडिया, और उसी दिन आज एक ट्रैक्टर रैली होनी थी, जो आज हमने देखा कि बहुत सारे लोग बहुत बड़ी तादाद में आज दिल्ली में गए और वहाँ पे कुछ ना पसंदीदा किस्म के भी वाक़यात हो गए। अब उसमें उसकी क्या वजह है, ये देखना ये है कि क्या वो, मैं जो फुटेज देख रहा था उससे मुझे तो ये लग रहा था कि जैसे उनको ल्योर किया गया है, कि वो उनके लिए रास्ता खोला गया कि आप इस तरफ आएं, और वो वहां पे गए, और उसमें वो कौन लोग थे ये भी मुझे नहीं पता। लेकिन बहरहाल जो खबरें आई हैं वो ये हैं कि वहां पे दिल्ली का जो लाल किला है उसके ऊपर लोग उन्होंने चढ़े, वहां पे उन्होंने झंडा लगाया और सब कुछ हुआ। हालांकि जो दूसरी तरफ से जो लोग आ रहे थे, जो रैलीज आ रही थी, वो बड़ी पुरअमन तरीके से, पीसफुल तरीके से आ रही थी। ये हुआ क्या है, इसका तजिया करने की कोशिश करेंगे, और आज हमारे साथ बड़ा ही पर्टिनेंट पैनल मौजूद है एज यूजुअल, और अमेरिकन सिख काउंसिल के हमारे साथ अफराद मौजूद हैं। सबसे पहले जनाब कृपाल सिंह साहब मौजूद हैं, ये अमेरिकन सिख काउंसिल के साबिक सदर भी रहे हैं, और इनके साथ साथ तशरीफ रखती हैं जसबीर भुल्लर साहिबा, ये भी अमेरिकन सिख काउंसिल ही के साथ मुंसलिक हैं, और कवनीत साहब जी हैं, ये भी अमेरिकन सिख काउंसिल के साथ। तो बात करेंगे हम पंजाबी में। सत श्री अकाल जी सब, ਤੁਹਾਨੂੰ ਸਭ ਨੂੰ ਸਤਿ ਸ੍ਰੀ ਅਕਾਲ। ਔਰ ਕਿਰਪਾਲ ਸਿੰਘ ਜੀ, ਤੁਹਾਡੇ ਤੋਂ ਸ਼ੁਰੂ ਕਰਾਂਗਾ ਜੀ, ਕਿ ਤੁਸੀਂ ਅੱਜ ਦੇਖਿਆ ਕਿ ਕੀ ਹੋਇਆ ਹੈ, ਉਹਦਾ ਜ਼ਰਾ ਸਾਨੂੰ ਐਕਸਪਲੇਨ ਕਰੋ ਕਿ 2 ਮਹੀਨੇ ਤੇ ਬੜੇ ਹੀ ਇਤਮੀਨਾਨ ਨਾਲ, ਬੜੇ ਅਮਨ ਦੇ ਨਾਲ ਸਾਰੇ ਗੁਜ਼ਰੇ ਸਨ, ਲੇਕਿਨ ਹੁਣ ਆਖਰ ਤੇ ਜਾ ਕੇ ਕੀ ਹੋਇਆ, ਇਹਦੇ ਚ ਕੋਈ ਹਕੂਮਤ ਦੀ, ਕੋਈ ਦਿੱਲੀ ਸਰਕਾਰ ਦੀ ਕੋਈ ਪਲੈਨਿੰਗ ਨਜ਼ਰ ਆ ਰਹੀ ਹੈ, ਜਾਂ ਤੁਸੀਂ ਸਮਝਦੇ ਹੋ ਕਿ ਕੁਝ ਲੋਕ ਆਗੇ ਵਿੱਚ ਸ਼ਾਮਿਲ ਹੋ ਗਏ ਨੇ ਜਿਨ੍ਹਾਂ ਨੇ ਆ ਕੇ ਇਹਨੂੰ ਥੋੜਾ ਜਿਹਾ ਦੂਸਰਾ ਰੰਗ ਦੇਣ ਦੀ ਕੋਸ਼ਿਸ਼ ਕੀਤੀ ਹੈ? ਜੀ ਜ਼ਰਾ ਅਨਮਿਊਟ ਕਰ ਲਓ ਤੁਸੀਂ ਆਪਣੇ ਆਪ। ਹਾਂਜੀ, ਇਹ ਜਿਹੜਾ ਜੀ, ਇਹਨੂੰ ਤੁਸੀਂ ਥੋੜਾ ਜਿਹਾ ਡਿਫਰੈਂਟ ਐਂਗਲ ਤੋਂ ਦੇਖਣ ਦੀ ਲੋੜ ਆ ਜੀ, ਕਿਉਂਕਿ ਉੱਥੇ ਜਿਹੜਾ ਇੰਨੇ ਲੋਕ ਇਕੱਠੇ ਹੋਏ ਹੋ ਆ, ਉਹਦੇ ਵਿੱਚ ਨੈਚੁਰਲੀ ਕਾਫੀ ਯੂਥ ਆ ਤੇ ਬਾਕੀ ਕੁਝ ਅਪਰੇਜ ਗਰੁੱਪ ਹੈਗਾ ਆ। ਤੇ ਮੈਨੂੰ ਪੁੱਛੋ ਤੇ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਿਹੜਾ ਯੂਥ ਹੈ ਨਾ, ਉਹ ਥੋੜਾ ਅਨਕੰਫਰਟੇਬਲ ਜਿਹਾ ਲੱਗਦਾ ਸੀ ਵੀ ਸਾਡੀ ਕੋਈ ਬਾਤ ਨਹੀਂ ਪੁੱਛਦਾ, ਤੇ ਉਹ ਕੁਛ ਨਾ ਕੋਈ ਚੀਜ਼ ਐਕਸਾਈਟਿੰਗ ਵਿੱਚੋਂ ਟੋਲ ਰਹੇ ਆ। ਤੇ ਹੋ ਸਕਦਾ ਮੰਨ ਦੂਸਰਿਆਂ ਦੀ ਇੰਟਰਫੀਅਰੈਂਸ ਵੀ ਉਹਦੇ ਵਿੱਚ ਹੈਗੀ, ਕੋਈ ਨਾ ਕੋਈ ਚੱਕਣ ਵਾਲੇ ਪਈ, ਓਏ ਕਾਕਾ ਤੁਸੀਂ ਇੱਦਾਂ ਕਰਦੇ ਹੋ ਉੱਦਾਂ ਕਰਦੇ ਹੋ ਕਰਕੇ, ਤੇ ਕੁਝ ਬੰਦੇ ਉਹਨਾਂ ਦੇ ਵਿੱਚ ਜ਼ਰੂਰ ਹੋ ਸਕਦਾ ਕਿ ਮਿਸਗਾਈਡ ਹੋ ਗਏ ਹੋਣ। ਤੇ ਪਰ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਵੱਡਾ ਰੀਜ਼ਨ ਇਹ ਹੋਇਆ ਜੀ ਕਿ ਜਿਹੜਾ ਜਿਸ ਵੇਲੇ ਇਹਦਾ ਰਾਊਟ ਸੀਗਾ ਨਾ, ਜਿਹੜਾ ਪਰੇਡ ਦੇ ਉੱਤੇ ਜਾਣਾ ਸੀਗਾ, ਹਾਂਜੀ ਹਾਂਜੀ, ਅੱਛਾ, ਜਿਹੜਾ ਕਿਸਾਨਾਂ ਨੇ ਉਹਨਾਂ ਨੇ ਆਪਣਾ ਰਾਊਟ ਦਿੱਤਾ ਸੀ ਪਹਿਲਾਂ, ਤੇ ਉਹ ਜਿਹੜਾ ਰਾਊਟ ਜਿਹੜਾ ਦਿੱਤਾ ਆ, ਤੇ ਨੈਚੁਰਲੀ ਸਰਕਾਰ ਵਾਲੇ ਜਿਹੜੇ ਨੁਮਾਇੰਦੇ ਹੈਗੇ ਉਹ ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਵੀ ਇਹਨਾਂ ਨੂੰ ਬਾਹਰੋਂ ਬਾਹਰ ਕਿਤੇ ਰੱਖ ਲਈਏ। ਤੇ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਕੁਛ ਜਿਹੜੇ ਬੰਦਿਆਂ ਨੇ ਇਹ ਟੁੱਟ ਕੇ ਤਾਂ ਲਾਲ ਕਿਲੇ ਨੂੰ ਗਏ ਆ ਨਾ ਜੀ, ਉਹਨਾਂ ਦੇ ਵਿੱਚ ਕੁਛ ਐਕਸਾਈਟ ਕਰਨ ਵਾਲੇ ਵੀ ਹੋਣਗੇ, ਉਹਨਾਂ ਨੂੰ ਇਨਸਾਈਟ ਕਰਨ ਵਾਲੇ ਡੈਫੀਨੇਟਲੀ, ਪਰ ਬਹੁਤਿਆਂ ਨੇ ਇਸ ਕਰਕੇ ਹੋਗਾ ਵੀ ਅਸੀਂ ਜਿਹੜਾ ਰਾਊਟ ਮੰਗਿਆ ਸੀ ਉਹਨਾਂ ਨੇ ਦਿੱਤਾ ਨਹੀਂ, ਤੇ ਅਸੀਂ ਉਹਦੇ ਤੇ ਜਾਣਾ ਹੈ। ਉਹਦੇ ਵਿੱਚ ਮੇਰੇ ਖਿਆਲ ਮੋਸਟਲੀ ਪੰਜਾਬੀ ਐਟੀਟਿਊਡ ਜਿਹੜਾ ਹੈ ਨਾ, ਵੀ ਜੇ ਕਿਸੇ ਨੂੰ ਰੋਕੋ ਕਰਨ ਤੋਂ ਵੀ ਨਹੀਂ ਤੂੰ ਆ ਨਹੀਂ ਕਰ ਸਕਦਾ, ਉਹ ਕਹਿੰਦਾ ਵੀ ਇਹ ਤਾਂ ਅਸੀਂ ਕਰਨਾ ਹੀ ਕਰਨਾ। ਸੋ ਮੇਰੀ ਜੱਜ ਇਹ ਕੰਮ ਉੱਥੇ ਹੋਇਆ ਕਿ ਯੂਥ ਜਿਹੜੀ ਹੈ ਨਾ, ਥੋੜੇ ਉਹਨਾਂ ਯੂਥ ਲੀਡਰਸ਼ਿਪ ਦੇ ਵਿੱਚ ਸਮਝ ਲਓ ਜਾਂ ਹੇਠਲੇ ਸਮਝ ਲਓ, ਉਹਨਾਂ ਦਾ ਵਿੱਚ ਉਹਨਾਂ ਨੂੰ ਚਾਂਸ ਲੱਗਾ। ਤੇ ਖਾਸ ਕਰ ਜਿਹੜਾ ਜੀ ਉਹਨੂੰ ਇਨਸੀਗੇਟ ਕਰਨ ਦਾ ਜਿਹੜਾ ਗੱਲ ਇਹ ਹੋਈ ਹੈ ਕਿ ਜਿੱਦਾਂ ਬੈਰੀਅਰਸ ਉਹ ਨਹੀਂ ਲਾ ਦਿੱਤੇ, ਤੇ ਉਹ ਜਿੱਦਾਂ ਨਾ ਆਪਾਂ ਬੋਲਣ ਨੂੰ ਮਤਲਬ ਕੱਪੜਾ ਦਿਖਾਉਣ ਵਾਲੀ, ਲਾਲ ਕੱਪੜਾ ਦਿਖਾਉਣ ਵਾਲੀ ਗੱਲ ਆ, ਕਿ ਇੱਕ ਪਾਸੇ ਤੁਸੀਂ ਕਿਹਾ ਕਿ ਤੁਸੀਂ ਮਾਰਚ ਕਰ ਲਓ ਤੇ ਦੂਸਰੇ ਪਾਸੇ ਤੁਸੀਂ ਬੈਰੀਅਰਸ ਲਾਏ ਹੋਣ, ਤੇ ਉਹ ਫਿਰ ਜਿਹੜਾ ਸਿਆਣਾ ਬੰਦਾ ਉਹ ਤਾਂ ਕਹਿੰਦਾ ਚਲੋ ਕੋਈ ਨਹੀਂ ਉਡੀਕ ਲਓ, ਜਿਹੜਾ ਠੀਕ ਹੋ ਜਾਂਦਾ ਕੁਛ ਹੈ। ਤੇ ਜਿਹੜੀ ਯੰਗਰ ਬਲੱਡ ਆ ਉਹ ਕਹਿੰਦੇ ਵੀ ਨਹੀਂ ਨਹੀਂ ਹੁਣ ਤਾਂ ਦੇਖਦੇ ਤੁਹਾਡੇ ਬੈਰੀਅਰ ਕੀ ਆ। ਸੋ ਇਦਾਂ ਦੀ ਰਿਐਕਸ਼ਨ, ਤੇ ਪਲੱਸ ਕੁਛ ਨਾ ਕੁਛ ਤਾਂ ਇੰਸਟੀਗੇਸ਼ਨ ਡੈਫੀਨਿਟਲੀ ਹੋਊਗੀ ਉਹਦੇ ਵਿੱਚ। ਪਰ ਜੇ ਆਪਾਂ ਪਿੰਨ ਪੁਆਇੰਟ ਕਰਕੇ ਕਹਿਣਾ ਹੋਵੇ ਨਾ ਜੀ ਫਲਾਨਿਆਂ ਨੇ ਕੀਤੀ, ਜਿਸ ਤਰ੍ਹਾਂ ਹੁਣ ਕਈ ਲੋਕ ਇਹ ਕਹਿਣ ਲੱਗਦੇ ਬੀਜੇਪੀ ਵਾਲਿਆਂ ਨੇ ਕਰ ਦਿੱਤਾ ਜਾਂ ਫਲਾਨਿਆਂ ਨੇ ਕਰ ਦਿੱਤਾ, ਠੀਕ ਹੈ, ਉਹਨਾਂ ਨੇ ਕੁਛ ਨਾ ਕੁਛ ਵਿੱਚ ਵਾਹਾਂ ਤਾਂ ਫਲਾਉਣੀਆਂ ਵਾਲੀਆਂ ਕੋਈ ਨਾ ਕੋਈ ਜ਼ਰੂਰ ਚੀਜ਼ਾਂ ਕੀਤੀਆਂ ਹੋਣਗੀਆਂ, ਪਰ ਇੰਨੇ ਬੰਦਿਆਂ ਨੂੰ ਮੇਰੇ ਹਿਸਾਬ ਨਾਲ ਜੇ ਅਸੀਂ ਕਹੇ ਜੀ ਕੋਈ ਬਾਹਰੋਂ ਹੀ ਬੰਦੇ ਸਾਰੇ ਆਏ ਤਾਂ ਆਈ ਥਿੰਕ ਉਹ ਥੋੜਾ ਜਿਹਾ ਡਿਫਿਕਲਟ ਹੋਏਗਾ ਐਕਸੈਪਟ ਕਰਨਾ। ਠੀਕ ਹੈ, ਮੈਂ ਜਸਵੀਰ ਜੀ ਕੋਲ ਪੁੱਛਣਾ ਵਾ। ਜਸਵੀਰ ਜੀ, ਤੁਹਾਡਾ ਕੀ ਖਿਆਲ ਹੈਗਾ ਕਿ ਜੋ ਕੁਝ ਹੋਇਆ ਹੈ ਤੁਸੀਂ ਐਕਸਪੈਕਟ ਕਰ ਰਹੇ ਸੋ?
ਨਹੀਂ ਵੀਰ ਜੀ, ਦੇਖੋ ਜਦੋਂ ਇੰਨੇ ਵੱਡੇ ਇਕੱਠ ਜਿਹੜੇ ਹੁੰਦੇ ਆ, ਤੁਹਾਨੂੰ ਵੀਰ ਜੀ ਦੱਸ ਹੀ ਚੁੱਕਿਆ, ਸਾਨੂੰ ਸਭ ਨੂੰ ਹੀ ਆਲ ਓਵਰ ਦ ਵਰਲਡ ਪਤਾ ਹੈ, ਬੇਸ਼ੱਕ ਅਸੀਂ ਉੱਥੇ ਨਹੀਂ ਜਾ ਪਾਏ, ਕਿ ਉੱਥੇ ਲੱਖਾਂ ਦੀ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕ ਐਡੀ ਠੰਡ ਦੇ ਵਿੱਚ, ਜਿਹੜੀ ਕਿ 30 ਤੋਂ 40 ਸਾਲ ਦਾ ਰੈਕੋਰਡ ਟੁੱਟਿਆ ਹੈਗਾ, ਉਹ ਠੰਡੀਆਂ ਸੜਕਾਂ ਤੇ ਬੈਠੇ ਸੀਗੇ। 2 ਮਹੀਨੇ ਹੋ ਗਏ ਇੱਥੇ ਦਿੱਲੀ ਬਾਰਡਰ ਤੇ 2 ਮਹੀਨੇ ਉਹਨਾਂ ਨੂੰ ਪੰਜਾਬ 'ਚ ਵੀ ਹੋ ਗਏ ਸੀ ਬੈਠਿਆਂ ਨੂੰ। ਤੇ ਉਹ ਪਹਿਲੇ ਦਿਨ ਤੋਂ ਹੀ ਕਹਿ ਰਹੇ, ਇਹ ਸਾਡੀ ਜਿਹੜੀ ਨਾਮੁਰਾਦ ਸਰਕਾਰ ਹੈ ਉੱਥੇ ਦੀ, ਔਰ ਗੰਦੇ ਪੋਲੀਟੀਸ਼ੀਅਨ ਮੈਨੂੰ ਕਹਿਣਾ ਪਏਗਾ, ਜਿਹੜੇ ਕਿ ਬਿਲਕੁਲ ਹੀ ਬੇਦਰਦ ਨੇ, ਜਿਨ੍ਹਾਂ ਨੂੰ ਆਮ ਬੰਦੇ ਦੀ ਪਰੇਸ਼ਾਨੀ ਮੁਸੀਬਤ ਦਾ ਕੋਈ ਲੈਣਾ ਦੇਣਾ ਨਹੀਂ ਹੈ। ਔਰ ਅੰਨੀ ਬੋਲੀ ਸਰਕਾਰ ਜਿਹੜੀ ਉੱਥੇ ਬੈਠੀ ਹੋਈ ਸੀ, ਉਹਨਾਂ ਨੇ ਉਹਨਾਂ ਦੀ ਕਦੇ ਵੀ ਕੋਈ ਗੱਲ ਨਹੀਂ ਸੁਣੀ, ਔਰ ਉਹਨਾਂ ਨੂੰ ਇਸ ਹੱਦ ਤੱਕ ਮਜਬੂਰ ਕੀਤਾ ਹੈ, ਸਪੈਸ਼ਲੀ ਦਿੱਲੀ ਬਾਰਡਰ ਤੇ ਬੈਠਿਆਂ ਨੂੰ 2 ਮਹੀਨੇ ਤੋਂ, ਜਿਹਦੇ ਵਿੱਚ ਬਹੁਤ ਸਾਰੇ ਨੌਜਵਾਨ ਵੀ ਆ ਗਏ ਸਨ, ਕਿਉਂਕਿ ਪੰਜਾਬ ਵਿੱਚ ਪਹਿਲਾਂ ਹੈਗੀ ਸੀ ਨੌਜਵਾਨੀ, ਪਰ ਇੰਨੇ ਨਹੀਂ ਸਨ। ਤੇ ਹੁਣ ਦਿੱਲੀ ਦੇ ਵਿੱਚ ਜਦੋਂ ਬਾਰਡਰਾਂ ਤੋਂ ਆਏ ਨੇ, ਹਰਿਆਣਾ ਵੀ ਸਾਰਾ ਨਾਲ ਹੈ, ਸਾਰਾ ਯੂਪੀ ਨਾਲ ਹੈਗਾ, ਰਾਜਸਥਾਨ ਨਾਲ ਹੈ, ਤੇ ਦੂਜੇ ਸੂਬਿਆਂ ਤੋਂ ਵੀ ਬਹੁਤ ਸਾਰੇ ਲੋਕੀ ਪੈਦਲ ਤੁਰ ਕੇ ਆਏ ਨੇ, ਕਿਉਂਕਿ ਉਧਰ ਗਰੀਬ ਜਨਤਾ ਬਹੁਤ ਜ਼ਿਆਦਾ, ਤੁਹਾਨੂੰ ਪਤਾ ਭਾਰਤ ਵਿੱਚ ਕਿੰਨੀ ਜ਼ਿਆਦਾ ਗਰੀਬੀ ਹੈਗੀ ਹੈ, 80% ਤਾਂ ਗਰੀਬ ਹੀ ਨੇ ਲੋਕ, ਤੇ ਉਹਨਾਂ ਦੀ ਇਹਨਾਂ ਨੇ ਕੋਈ ਵੀ ਗੱਲ ਨਹੀਂ ਸੁਣੀ। ਬੇਸ਼ੱਕ ਕੇ ਮੀਟਿੰਗ ਦਰ ਮੀਟਿੰਗ ਕਰਦੇ ਰਹੇ ਨੇ, ਔਰ ਸਾਨੂੰ ਉਦੋਂ ਹੀ ਲੱਗਦਾ ਸੀ ਪਤਾ ਕਿ ਇਹ ਜਿਹੜਾ ਬਿਲਕੁਲ ਹੀ ਬੇਸਿੱਟਾ ਸਭ ਕੁਝ ਨਿਕਲਦਾ ਹੈਗਾ। ਬਾਰ-ਬਾਰ ਇਹ ਕਿਸਾਨ ਲੀਡਰ ਚਲੋ ਬਾਜ਼ਾਰੇ ਬਜ਼ੁਰਗ ਨੇ, ਤੇ ਨੌਜਵਾਨ ਉਹਨਾਂ ਦੀ ਉਹੀ ਗੱਲ ਸੁਣ ਕੇ ਬੈਠੇ ਰਹਿੰਦੇ ਸੀ, ਉਹਨਾਂ ਨੇ ਕੁਝ ਨਹੀਂ ਕੀਤਾ। ਤੇ ਮੈਂ ਟੀਚਰਾਂ, ਦੇਖੋ ਮੈਂ ਯੰਗ ਅਡਲਟਸ ਨੂੰ ਪੜ੍ਹਾਉਂਦੀ ਆ, ਤੁਸੀਂ ਹੈਰਾਨ ਹੋ ਜਾਓਗੇ ਕਿ ਮੈਂ 25-30 ਬੱਚਿਆਂ ਦੀ ਜਿਹੜੀ 10ਵੀਂ 9ਵੀਂ ਵੀ ਕਲਾਸ ਹੁੰਦੀ ਹੈ, ਜੇ ਮੇਰੇ ਕੋਲ ਪ੍ਰੋਪਰ ਏਜੰਡਾ ਨਾ ਹੋਵੇ ਤੇ ਮੈਂ ਉਹਨਾਂ ਨੂੰ ਕੰਟਰੋਲ ਨਹੀਂ ਕਰ ਸਕਦੀ 40 ਮਿੰਟ ਵੀ। ਪਰ ਉਹ ਸਾਡੇ ਬੱਚੇ, ਪੰਜਾਬ ਦੇ ਸ਼ੇਰ ਦਿਲ ਨੌਜਵਾਨ, ਸਾਡੇ ਪਿਆਰੇ ਬੱਚੇ, ਹੁਣ ਤਾਂ ਇੱਕੋ ਇੱਕ ਚਿਰਾਗ ਹੈ ਘਰਾਂ ਦਾ, ਬੱਚੇ ਵੀ ਕਿੰਨੇ ਥੋੜੇ, ਉਹ ਸਾਰੇ ਹੀ ਉੱਥੇ ਉਹਨਾਂ ਦੀ ਗੱਲ ਸੁਣ ਕੇ ਬੈਠੇ ਹੋਏ ਸੀ ਔਰ ਕੁਝ ਨਹੀਂ ਕੀਤਾ। ਔਰ ਬਾਰ-ਬਾਰ ਉਹ ਕਹਿ ਰਹੇ ਸੀ, ਹੁਣ ਪੁਲਿਸ ਨੇ, ਜਿਹੜੀ ਸਰਕਾਰਾਂ ਨੇ ਕੋਈ ਪਲਾਨ ਨਹੀਂ ਬਣਾਇਆ, ਉਹਨਾਂ ਨੂੰ ਰੂਟ ਵੀ ਨਹੀਂ ਦੇ ਰਹੇ ਸੀ। ਕੀ ਹੋ ਜਾਣਾ ਸੀ? ਹੁਣ ਦਿੱਲੀ ਤਾਂ ਸਾਰਿਆਂ ਦੀ ਹੋਈ ਹੈ, ਦਿੱਲੀ 'ਚ ਇਹ ਥੋੜਾ ਵੀ ਕੋਈ ਬੰਦਾ, ਅਸੀਂ ਹੁਣ ਭਾਰਤ ਦੇ ਵਾਸੀ ਹੋਈਏ ਤੇ ਅਸੀਂ ਦਿੱਲੀ 'ਚ ਨਹੀਂ ਵੜ ਸਕਦੇ। ਕਿਉਂ ਨਹੀਂ ਵੜ ਸਕਦੇ? ਜਦੋਂ ਹੈਗਾ ਰਿਪਬਲਿਕ ਡੇ, ਉਹਨਾਂ ਨੇ ਬਹੁਤ ਦਿਨ ਤੱਕ ਮੀਟਿੰਗ, ਜਿੱਦਾਂ ਉਹ ਜਾਣ ਕੇ ਕਰਦੇ ਨੇ ਵਰਗਲਾਣ ਨੂੰ, ਕਿ ਇਹਨਾਂ ਦਾ ਕੁਝ ਨਾ ਕੁਝ ਕੋਈ ਕੰਮ ਗਲਤ ਹੋਵੇ ਤੇ ਫਿਰ ਅਸੀਂ ਇਹਨਾਂ ਨੂੰ ਫਤਵੇ ਲਾ ਕੇ ਤੇ ਤੋਂ ਭਜਾ ਦਈਏ। ਸੋ ਉਹਨਾਂ ਨੇ ਨਹੀਂ ਦਿੱਤਾ ਉਹ ਰਾਊਟ। ਬੇਸ਼ੱਕ ਕਿ ਕਿਸਾਨ ਲੀਡਰ ਬਹੁਤ ਵਾਰੀ ਜਾ ਕੇ ਕਹਿੰਦੇ ਰਹੇ, ਬੱਚੇ ਵੀ ਉਹਨਾਂ ਨੂੰ ਸਾਰੇ ਜਾ ਕੇ ਪੁੱਛਦੇ ਰਹੇ, ਉਹ ਸਟੇਜਾਂ ਤੇ ਵੀ ਨਹੀਂ ਆਏ, ਠੀਕ ਠਾਕ ਬੈਠੇ ਹੋਏ ਸੀ, ਕੁਝ ਨਹੀਂ ਕਰਦੇ। ਉੱਥੇ ਇੰਨੀ ਸੇਵਾ ਕੀਤੀ, ਸਭ ਕੁਝ ਕੀਤਾ, ਰੋਟੀਆਂ ਪਕਾਈਆਂ, ਲੋਕਾਂ ਦੀ ਗੰਦਗੀ ਤੱਕ ਚੁੱਕੀ, ਚਿੱਕੜ ਚੁੱਕਿਆ, ਸਭ ਕੁਝ ਕੀਤਾ, ਲੇਕਿਨ ਉਹਨਾਂ ਦੀ ਕੋਈ ਗੱਲ ਇਸ ਸਰਕਾਰ ਨੇ, ਗੰਦੀ ਸਰਕਾਰ ਨੇ ਨਹੀਂ ਸੁਣੀ। ਔਰ ਪੁਲਿਸ ਵੀ ਇੰਨੀ ਗੰਦੀ ਹੈ, ਕਿਉਂਕਿ ਪੁਲਿਸ ਜਿਹੜੀ ਹੈਗੀ ਹੈ ਦਿੱਲੀ ਦੀ, ਉਹ ਸੈਂਟਰ ਸਰਕਾਰ ਦੇ ਮੋਦੀ ਦੇ ਅੰਡਰ ਹੈਗੀ ਹੈ। ਸੋ ਇਹਨਾਂ ਨੇ ਰਾਊਟ ਨਹੀਂ ਦਿੱਤਾ। ਉਹ ਇਹ ਕਹਿ ਰਹੇ ਸੀ ਕਿ ਸਾਨੂੰ ਆਊਟਰ ਰਿੰਗ ਰੋਡ ਤੇ ਜਾਣ ਦਿਓ, ਲੇਕਿਨ ਆਊਟਰ ਰਿੰਗ ਰੋਡ ਲਈ ਵੀ ਪਹਿਲਾਂ ਹਾਂ ਕਦੀ ਨਾ, ਕਦੀ ਇੱਧਰ, ਫਿਰ ਹਰਿਆਣੇ ਦੇ ਪਿੰਡਾਂ ਦਾ ਰਾਊਟ ਦੇ ਦਿੱਤਾ। ਫਿਰ ਉਹਨਾਂ ਦੇ ਵੀ ਜਿਹੜਾ ਰਾਊਟ ਵੀ ਦਿੱਤਾ ਸੀ, ਉਹਦੇ ਤੇ ਵੀ ਬੈਰੀਕੇਡ ਲਗਾਏ, ਵਿਚ ਵਾਸ ਸੋ ਰੋਂਗ। ਉਹੀ ਉਕਸਾਣ ਦੀ ਗੱਲ ਸੀਗੀ। ਦੂਜੀ ਗੱਲ ਇਹ ਇਸ ਨਾਕਾਮ ਸਿਸਟਮ ਦੀ ਕਿ ਪੁਲਿਸ ਦੇ ਕੋਲ ਕੋਈ ਵੀ ਪਲਾਨ ਬੀ ਨਹੀਂ, ਉਹਨਾਂ ਕੋਲ ਕੋਈ ਪਲਾਨ ਹੀ ਨਹੀਂ ਸੀ। ਜਦੋਂ ਉਹਨਾਂ ਨੂੰ ਪਤਾ ਸੀ, 1 ਹਫ਼ਤੇ ਤੋਂ ਪਤਾ ਸੀ ਕਿ ਲੱਖਾਂ ਨਹੀਂ ਕਰੋੜਾਂ ਹੀ ਲੋਕਾਂ ਨੇ ਆਉਣਾ ਹੈ, ਟਰੈਕਟਰ ਵੀ ਲੱਖਾਂ ਹੀ ਹੋਣੇ। ਦੇਖੋ ਉਹ ਕਹਿੰਦੇ ਨੇ ਗਿਣਤੀ ਹੈ 5 ਲੱਖ, ਪਰ ਅਦਰਵਾਈਜ਼ ਇਟ ਇਜ਼ ਇਨਨਿਊਮਰੇਬਲ। ਉਹ ਇੱਕ ਅਥਾਹ ਸਮੁੰਦਰ ਸੀ ਲੋਕਾਂ ਦਾ, ਜਿਹਦੀ ਕੋਈ ਗਿਣਤੀ ਨਹੀਂ ਹੈ। ਦੱਸੋ ਇੰਨੇ ਜਦੋਂ ਹਜ਼ਾਰਾਂ ਹੀ ਲੋਕ ਵੜਨਗੇ ਉਸ ਸ਼ਹਿਰ ਦੇ ਵਿੱਚ, ਉਸ ਪੁਲਿਸ ਦੇ ਕੋਲ ਕੋਈ ਵੀ ਕੰਟਰੋਲੀ, ਜਿੱਦਾਂ ਭਾਜੀ ਹੁਣੇ ਕਹਿ ਕੇ ਹਟਿਆ, ਠੀਕ ਹੈ ਕੋਈ ਉਕਸਾਉਣ ਵਾਲੇ ਵੀ ਹੋਣਗੇ, ਜਾਂ ਬੱਚਿਆਂ ਨੇ ਚਲੋ ਉੱਥੇ ਚਲੇ ਗਏ ਹੁੱਲੜਬਾਜ਼ੀ ਦੇ ਵਿੱਚ, ਉਹ ਹੁੱਲੜਬਾਜ਼ੀ ਹੈ, ਹੋਰ ਤਾਂ ਮੈਨੂੰ ਉਹਦੇ 'ਚ ਕੁਝ ਨਜ਼ਰ ਨਹੀਂ ਆਉਂਦਾ। ਇਟਸ ਨਥਿੰਗ, ਜਸਟ ਟੂ ਡੀਫੇਮ ਦਾ ਮੋਰਚਾ। ਉਹ ਹੋਣਾ ਨਹੀਂ ਹੈ, ਲੋਕਾਂ ਨੂੰ ਪਤਾ ਚੱਲ ਗਿਆ। ਉੱਥੇ ਆਪ ਮੁਹਾਰੇ ਹੀ ਬੱਚੇ ਚਲੇ ਗਏ, ਬਹੁਤ ਸਾਰੇ ਬਜ਼ੁਰਗ ਵੀ ਗਏ, ਵੱਡੇ ਵੀ ਗਏ, ਵਿੱਚ ਮੈਂ ਲੜਕੀਆਂ ਵੀ ਦੇਖੀਆਂ ਗਈਆਂ। ਸੋ ਇਹ ਕਹਿਣ ਦਾ ਮਤਲਬ ਹੈ ਕਿ ਇਹ ਸਾਰਾ ਕੁਝ ਸਰਕਾਰਾਂ ਨੇ ਲਟਕਾ ਕੇ ਜਾਣ ਬੁੱਝ ਕੇ ਕਰਵਾਇਆ। ਇਟ ਇਜ਼, ਜੇ ਟੋਟਲ ਦੋਸ਼ੀ ਮੰਨਣਾ ਹੈ ਤੇ ਉਹ ਹੈਗੀ ਹੈ ਸੈਂਟਰ ਸਰਕਾਰ ਤੇ ਦਿੱਲੀ ਦੀ ਪੁਲਿਸ। ਠੀਕ ਹੈ। ਅੱਛਾ ਜੀ ਕਵਨੀਤ ਜੀ, ਜਿਹੜੀ ਗੱਲ ਤੁਸੀਂ ਹੁਣ ਸੁਣੀ ਹੈ, ਇਹਦੀ ਦੇਖੋ, ਜਿਸ ਤਰ੍ਹਾਂ ਮੈਂ ਸ਼ੁਰੂ 'ਚ ਕਿਹਾ ਸੀ ਕਿ ਇੰਝ ਲੱਗਦਾ ਸੀ ਪਿਆ, ਮੈਂ ਦੇਖ ਰਿਹਾ ਸਾਂ ਕਿ ਪੁਲਿਸ ਵਾਲੇ ਉੱਥੇ ਕੁਰਸੀਆਂ ਤੇ ਬੈਠੇ ਹੋਏ ਸਨ। ਜਦੋਂ ਇਹ ਗਏ ਨੇ, ਲੜਕੇ ਗਏ ਨੇ ਉਸ ਪਾਸੇ ਆਪਣਾ ਲਾਲ ਕਿਲੇ ਵਾਲੇ ਪਾਸੇ, ਤੇ ਉੱਥੇ ਕੁਰਸੀਆਂ ਤੇ ਬੈਠੇ ਹੋਏ ਸਨ, ਔਰ ਉਹ ਕੁਝ ਵੀ ਨਹੀਂ ਸਨ ਕਰ ਰਹੇ, ਨਾ ਉਹਨਾਂ ਨੂੰ ਰੋਕ ਰਹੇ ਸਨ, ਨਾ ਉਹਨਾਂ ਨੂੰ ਕੁਝ ਕਹਿ ਰਹੇ ਸਨ। ਅੱਛਾ, ਉੱਥੋਂ ਤੇ ਮੈਨੂੰ ਇੰਝ ਲੱਗ ਰਿਹਾ ਸੀ ਕਿ ਜਿਸ ਤਰ੍ਹਾਂ ਉਹਨਾਂ ਨੂੰ ਲਿਓਰ ਇਨ ਕੀਤਾ ਗਿਆ ਕਿ ਬਈ ਆਓ ਤੁਸੀਂ ਔਰ ਇਹ ਕਰੋ, ਕਿਉਂਕਿ ਜ਼ਾਹਿਰ ਹੈ ਜਿਸ ਤਰ੍ਹਾਂ ਭੈਣ ਜੀ ਨੇ ਕਿਹਾ ਕਿ ਲੋਕ ਜਜ਼ਬਾਤੀ ਹੋ ਜਾਂਦੇ ਨੇ। 1-2-3 ਮਹੀਨੇ ਤੋਂ ਤੁਸੀਂ ਉੱਥੇ ਬੈਠੇ ਹੋਏ ਹੋ, ਮਤਲਬ ਜਵਾਨ ਖੂਨ ਹੈ ਉਹ, ਮਤਲਬ ਹੈ ਕਿ ਰਿਐਕਟ ਵੀ ਕਰ ਸਕਦਾ।
ਤੇ ਤੁਸੀਂ ਹੁਣ ਕੀ ਸਮਝਦੇ ਹੋ ਕਿ ਜਿਹੜਾ ਇਹ ਵਾਇਲੈਂਸ ਹੋਈ ਹੈ ਉੱਥੇ ਔਰ ਇੱਕ ਬੰਦੇ ਦੀ ਜਾਨ ਵੀ ਚਲੀ ਗਈ, ਹੁਣ ਤੁਸੀਂ ਦੇਖੋ ਕਿ ਉਸ ਤੋਂ ਬਾਅਦ ਤੇ ਜੋ ਇਹ ਚਾਹੁੰਦੇ ਸਨ, ਮੋਦੀ ਸਰਕਾਰ ਜੋ ਚਾਹੁੰਦੀ ਸੀ, ਉਹਨਾਂ ਨੂੰ ਉਹ ਚੀਜ਼ ਮਿਲ ਗਈ। ਉਹ ਨਾ ਕਹਿ ਸਕਣਗੇ ਜੀ ਕਿ ਦੇਖੋ ਇਹ ਵਾਇਲੈਂਟ ਲੋਕ ਨੇ, ਇਹਨਾਂ ਨੂੰ ਅਸੀਂ ਬੜਾ ਕੁਝ ਕਿਹਾ, ਇਹਨਾਂ ਨੇ ਨਹੀਂ ਮੰਨਿਆ ਔਰ ਫਾਈਨਲੀ ਅੱਜ ਇਹਨਾਂ ਨੇ ਵਾਇਲੈਂਸ ਕੀਤੀ ਹੈਗੀ। ਹੁਣ ਅੱਗੇ ਜਾ ਕੇ ਕੀ ਬਣੇਗਾ? ਆਈ ਥਿੰਕ ਇਹ ਜਿੱਦਾਂ ਕਹਿੰਦੇ ਨਾ, ਗੱਲ ਦੀ ਥੋੜੀ ਜਿਹੀ ਮੈਂ ਵਾਲ ਦੀ ਖੱਲ ਲਾਉਣ ਲੱਗਾ ਜੇ ਕਿ ਮੀਡੀਆ ਤੇ ਜਿਹੜਾ ਨੈਰੇਟਿਵ ਓਵਰਆਲ ਜਿਹੜਾ ਹੈਗਾ ਮੋਦੀ ਹੋਰਾਂ ਨੇ, ਉਹਨਾਂ ਦੀ ਸਰਕਾਰ ਨੇ ਉਹ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਪਹਿਲਾ ਕੰਮ ਤੇ ਉਹਨਾਂ ਨੇ ਕੀਤਾ ਕਿ ਜਿਹੜਾ ਭੈਣ ਜੀ ਤੇ ਸਰ ਕਿਰਪਾਲ ਸਿੰਘ ਜੀ ਗੱਲ ਕਰ ਰਹੇ ਸੀ ਕਿ ਉਹਨਾਂ ਨੇ ਪਲਾਨ ਹਫ਼ਤੇ ਤੋਂ ਅੱਗੇ ਪਿਛੜ ਜਾ ਰਹੇ ਸੀ ਵਿਦ ਫਾਰਮ ਲੀਡਰਸ ਤੇ ਹੋਰ ਜਿਹੜੇ ਪ੍ਰੋਟੈਸਟ ਲੀਡਰਸ ਜਿਹੜੇ ਉੱਥੇ ਹੈਗੇ ਮੌਜੂਦ, ਕਿ ਤੁਹਾਨੂੰ ਅਸੀਂ XYZ ਤੁਹਾਨੂੰ ਅਸੀਂ ਤਰੀਕੇ ਦੱਸਾਂਗੇ ਜਿਹਦੇ ਤੇ ਤੁਸੀਂ ਜਾਣਾ, ਰਾਊਟ ਵਗੈਰਾ। ਬਟ ਇਟ ਇਜ਼ ਅ ਵੈਰੀ ਕਨਫਿਊਜ਼ਿੰਗ ਮੈਸੇਜ ਕਿ ਇੱਕ ਬੰਨੇ ਉਹਨਾਂ ਨੂੰ ਹਾਂ ਕਰ ਰਹੇ ਨੇ ਫਾਈਨਲੀ ਇੱਕ ਦੋ ਦਿਨ ਪਹਿਲਾਂ ਕਿ ਤੁਸੀਂ ਇਸ ਰੂਟ ਤੇ ਜਾਓਗੇ, ਤੇ ਉਸੇ ਰੂਟਾਂ ਦੇ ਉੱਤੇ ਉਹਨਾਂ ਨੇ ਬੈਰੀਕੇਡ ਲਾਏ ਹੋਏ। ਅੱਛਾ, ਜਿਹੜੀ ਇਹਨਾਂ ਨੇ ਧੱਕਾਸ਼ਾਹੀ ਕੀਤੀ ਹੈ ਪੁਲਿਸ, ਦਿੱਲੀ ਪੁਲਿਸ ਨੇ, ਉਹ ਇਹਨਾਂ ਨੇ ਆਊਟਰ ਪੈਰੀਫਰੀ ਦੇ ਉੱਤੇ ਕੀਤੀ ਪਹਿਲੋਂ, ਜਿੱਥੇ ਇਹਨਾਂ ਨੇ ਟੀਅਰ ਗੈਸ ਬੰਦਿਆਂ ਦੇ ਮਾਰਿਆ, ਤੇ ਇੱਕ ਟਰੈਕਟਰ ਦਾ ਨੌਜਵਾਨ ਜਾ ਰਿਹਾ ਸੀ ਬਾਹਰਲੀ ਸੜਕ ਦੇ ਉੱਤੇ, ਤੇ ਉਹ ਤੇ ਗੋਲੀ ਮਾਰੀ ਉਹਨਾਂ ਨੇ ਫॉर नो apparent ਰੀਜ਼ਨ, ਵੀ ਜਿੱਥੇ ਹੋਰ ਲੱਖਾਂ ਬੰਦੇ ਜਾ ਰਹੇ ਨੇ, ਤੇ ਉਹ ਤਸੱਲੀ ਇਹਨਾਂ ਨੇ ਬਾਹਰ ਮਚਾਤੀ। ਅੱਛਾ, ਜਦੋਂ ਇਵੈਂਚੁਅਲੀ ਸਾਰੇ ਅੰਦਰ ਚਲੇ ਗਏ, ਸੋ ਬਾਹਰ ਇਹਨਾਂ ਨੇ, ਬਾਈ ਦ ਵੇ, ਉੱਥੇ ਮੁੰਡੇ ਇੱਕ ਨਹੀਂ ਇੱਕ ਤੋਂ ਵੱਧ ਬੰਦੇ ਪੁਲਿਸ ਦੇ ਇਨ ਪਲੇਨ ਕਲੋਥਸ ਫੜੇ ਗਏ ਨੇ, ਜਿਨ੍ਹਾਂ ਨੇ 100 ਦੇ ਹਿਸਾਬ ਗਿਣਤੀ ਦੇ ਵਿੱਚ ਟਾਇਰ ਸਲੈਸ਼ ਕੀਤੇ ਟਰੈਕਟਰਸ ਦੇ, ਟਾਇਰਾਂ ਦੀ ਹਵਾ ਕੱਢੀ, ਟਰੈਕਟਰਾਂ ਚੋਂ ਪਾਰਟਸ ਕੱਢੇ, ਜਿਹੜੀਆਂ ਹੋਰ ਗੱਡੀਆਂ ਜੀਪਸ ਵਗੈਰਾ ਉੱਥੇ ਜਿਹੜੀਆਂ ਵੈਨ ਸੀ ਉਹਨਾਂ ਦੇ ਸ਼ੀਸ਼ੇ ਭੰਨੇ, ਐਂਡ ਡੀਜ਼ਲ ਕੱਢਿਆ ਵਿੱਚੋਂ, and there are hundreds of those, and police ਦੇ ਬੰਦੇ ਫੜੇ ਗਏ with their ID cards। ਇਹਦੀਆਂ ਵੀਡੀਓਜ਼ ਆ ਚੁੱਕੀਆਂ ਨੇ ਆਲਰੇਡੀ। ਸੋ ਪੁਲਿਸ ਮਿਲੀ ਭੁਗਤ ਵਿੱਚ ਵੜੀ ਹੋਈ ਹੈ। ਸੋ ਉਹ ਪੁਲਿਸ ਹੈ, BJP ਹੈ, ਇਟਸ ਆਲ ਵਨ ਐਂਡ ਦ ਸੇਮ ਥਿੰਗ, ਅਥਾਰਟੀਜ਼ ਇਨਵੋਲਵਡ ਨੇ ਵਿੱਚ। ਤੇ ਜਦੋਂ ਇਵੈਂਚੁਅਲੀ ਉਹ ਕੁਛ ਉਹਨਾਂ ਚੋਂ ਜਿਹੜੇ ਬੰਦੇ ਜਿਹੜੇ ਲਾਲ ਕਿਲੇ ਵੱਲ ਚਲੇ ਗਏ, ਬਿਕੋਜ਼ ਇਮੈਜਿਨ ਦਿਸ ਕਿ 10 ਲੱਖ ਤੋਂ ਉੱਤੇ ਬੰਦੇ, ਓਵਰ 1 ਮਿਲੀਅਨ ਪੀਪਲ, ਇਹ ਜਿਹੜਾ ਸੁਨਾਮੀ ਹੁੰਦੀ ਜਾ ਰਹੇ ਨੇ, it's hard enough to control 10 people। ਜਦੋਂ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਤੇ ਤੁਸੀਂ 2 ਮਹੀਨਾ ਗੁੱਸੇ ਨੂੰ ਫੜ ਕੇ ਰੱਖਿਆ, ਇੰਨੀ ਧੀਰਜ ਦੇ ਨਾਲ, ਇੰਨੀ ਡਿਸਪਲਿਨ ਦੇ ਨਾਲ, ਇੰਨੇ ਪਿਆਰ ਦੇ ਨਾਲ, ਨਿਮਰਤਾ ਨਾਲ, ਐਂਡ ਜੇ ਥੋੜੇ ਜਿਹੇ ਚਲੇ ਵੀ ਗਏ, ਜਿਹੜੀ ਤੁਸੀਂ ਨੋਟ ਕੀਤੀ ਗੱਲ ਕਿ ਉੱਥੇ ਪੁਲਿਸ ਨੇ ਕੁਛ ਨਹੀਂ ਕਿਹਾ, ਜਿੱਦਾਂ ਲੋਅਰ ਕਰ ਰਹੇ ਹੁੰਦੇ ਵੀ ਅੰਦਰ ਆ ਜਾਓ ਤੁਸੀਂ, ਬਿਕੋਜ਼ ਦੇ ਵਾਂਟ ਟੂ ਬਿਲਡ ਦੈਟ ਨੈਰੇਟਿਵ ਕਿ ਹਾਂ ਜੀ ਵੇਖੋ ਝੰਡਾ ਲਹਿਰਾਤਾ। ਬਟ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਉੱਥੇ ਕੋਈ ਇੰਡੀਆ ਦਾ ਉਹਨਾਂ ਨਾਲ ਜਿਹੜਾ ਝੰਡਾ ਸੀ ਲਾ ਕੇ ਫਾੜਿਆ ਸਾੜਿਆ ਕੁਛ ਨਹੀਂ ਕੀਤਾ। ਝੰਡਾ ਆਲਰੇਡੀ ਉੱਥੇ ਲੱਗਾ ਹੋਇਆ ਸੀ, ਤੇ ਕਿਸੇ ਖਾਲੀ ਪੋਲ ਦੇ ਉੱਤੇ ਉਹਨਾਂ ਨੇ ਨਾਲ ਜਿਹੜਾ ਕਿਸਾਨ ਦਾ ਝੰਡਾ ਤੇ ਜਿਹੜਾ ਸਿੱਖਾਂ ਦਾ ਜਿਹੜਾ ਰਿਲੀਜੀਅਸ ਫਲੈਗ ਹੈਗਾ ਕੇਸਰੀ ਨਿਸ਼ਾਨ, ਉਹ ਉਹਨਾਂ ਨੇ ਉੱਥੇ ਲਹਿਰਾਇਆ, ਤੇ ਜਿਹੜਾ ਇੰਡੀਅਨ ਫਲੈਗ ਸੀ ਦੈਟ ਇਜ਼ ਵੇ ਅਬਵ ਜਿਹੜਾ ਆਲਰੇਡੀ ਲਹਿਰਾ ਰਿਹਾ ਉੱਥੇ। ਸੋ ਜਿਹੜਾ ਨੈਗੇਟਿਵ ਨੈਰੇਟਿਵ ਇਹਦਾ ਜਿਹੜਾ ਹੈਗਾ, ਈਵਨ ਦੈਟ ਡਸਨਟ ਕੈਰੀ ਟੂ ਮਚ ਵੇਟ। ਲੇਕਿਨ ਨਾਲ ਕੁਝ ਲੋਕਾਂ ਨੇ ਕਵਨੀਤ ਭਾਜੀ ਇਹ ਵੀ ਕਿਹਾ ਹੈਗਾ ਕਿ ਜੀ ਉਹ ਖਾਲਿਸਤਾਨ ਦਾ ਝੰਡਾ ਉੱਥੇ ਲਾ ਦਿੱਤਾ, ਉਹ ਦੇਖੋ ਜੀ ਇਹਨਾਂ ਨੇ ਇਹ ਕਰ ਦਿੱਤਾ, ਉਹ ਕਰ ਦਿੱਤਾ, ਇਹ ਜਿਹੜੇ ਹੈ ਨਹੀਂ ਇਹ ਵਾਇਲੈਂਸ ਕਰਨ ਵਾਲੇ ਲੋਕ ਨੇ। ਮੈਂ ਦੇਖ ਰਿਹਾ ਸਾਂ ਕੁਝ ਲੋਕ ਜਿਹੜੇ ਸਨ ਉਹ ਇਹ ਵੀ ਨੈਰੇਟਿਵ ਬਿਲਡ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਜਦੋਂ ਵੀ ਜੀ ਸਿੱਖ ਦਾ ਫਲੈਗ, ਕਿਸੇ ਸਿੱਖ ਨੇ ਕੇਸਰੀ ਨਿਸ਼ਾਨ ਹੱਥ 'ਚ ਫੜ ਲਿਆ, ਉਹਨੂੰ ਤੇ ਖਾਲਿਸਤਾਨੀ ਲੇਬਲ ਕਰਨਾ ਬੜਾ ਸੌਖਾ ਹੈ। ਤੇ ਨਾਲ ਹੀ ਸਾਨੂੰ ਵੀਡੀਓਜ਼ ਆਈਆਂ ਨੇ ਕਿ ਜਿਹੜੀਆਂ ਤੁਹਾਨੂੰ ਪਤਾ ਪਹਿਲਾਂ ਵੀ ਹੋ ਚੁੱਕਿਆ ਬੜੇ ਚਿਰ ਦਾ, ਬਟ ਜਦੋਂ CA ਵਗੈਰਾ ਰੂਲਸ ਲਾਜ਼ ਵਗੈਰਾ ਆਏ ਨੇ, ਤੇ BJP ਪਾਰਟੀ ਨੇ ਤਿਰੰਗੇ ਦੇ ਉੱਤੇ ਜਾ ਕੇ BJP ਦੇ ਫਲੈਗਸ ਕਈ ਥਾਵਾਂ ਤੇ ਲਾਏ, ਮਸਜਿਦਾਂ ਤੇ ਲਾਏ, ਹੋਰ ਥਾਵਾਂ ਤੇ ਲਾਏ। ਉਹਦੇ ਤੇ ਕੋਈ ਇਸ਼ੂ ਉਹਨਾਂ ਨੂੰ ਹੈ ਨਹੀਂ ਕਿ ਜੇ BJP ਦਾ ਜਿਹੜਾ ਫੁੱਲ ਦਾ ਜਿਹੜਾ ਹੈਗਾ ਝੰਡਾ ਉਹ ਉੱਤੇ ਚੜਾ ਦੋ ਐਂਡ ਨੋ ਵਨ ਸੇਜ਼ ਐਨੀਥਿੰਗ। ਪਰ ਜੇ ਕਿਤੇ ਕੇਸਰੀ ਨਿਸ਼ਾਨ ਕਿਤੇ ਵੀ ਲਾ ਦੋ, ਉੱਤੇ ਜਾਂ ਥੱਲੇ ਲਾ ਦੋ, ਤੇ ਉਹਦੀ ਉਹਨਾਂ ਨੂੰ ਬਿਪਤਾ ਪੈ ਜਾਂਦੀ ਹੈ। ਇਟਸ ਸਿੰਪਲੀ ਅ ਨੈਰੇਟਿਵ ਦੇ ਵਾਂਟ ਟੂ ਯੂਜ਼ ਤਾਂ ਕਿ ਉਹ ਜਿੰਨੀਆਂ ਮਿਨੋਰਿਟੀਜ਼ ਨੂੰ ਦਬਾ ਕੇ ਰੱਖ ਸਕਣ। ਸੋ ਇਹ ਹੁੱਲੜਬਾਜ਼ੀ ਜਿਹੜੀ ਆਪ ਗਵਰਨਮੈਂਟ ਕਰ ਰਹੀ ਹੈ for no apparent reason, it looks very childish ਮੇਰੇ ਹਿਸਾਬ ਨਾਲ, ਬਿਕੋਜ਼ ਓਵਰਆਲ ਤੁਸੀਂ ਵੇਖੋ ਵੀ 10 ਲੱਖ ਬੰਦੇ ਨੂੰ ਕੰਟਰੋਲ ਕਰਕੇ ਪ੍ਰੋਟੈਸਟ ਲੀਡਰਸ ਨੇ ਕਮਾਲ ਦਾ ਕੰਮ ਕੀਤਾ ਹੋਇਆ। ਸਗੋਂ ਤੁਸੀਂ ਉਹਨਾਂ ਨੂੰ ਆਉਣ ਦਿਓ, ਆਪਣਾ ਗੁੱਸਾ ਜ਼ਾਹਿਰ ਕਰਨ ਦਿਓ, ਚੁੱਪਚਾਪ ਸ਼ਾਮ ਨੂੰ ਚਲੇ ਗਏ ਹੋ, ਕੁਛ ਨਹੀਂ ਹੋਇਆ ਉੱਥੇ। ਨਾ ਕੋਈ ਦੁਕਾਨ ਭੰਨੀ, ਨਾ ਕੋਈ ਬੀਬੀ ਨੂੰ ਹੱਥ ਲਾਇਆ ਉਹਨਾਂ ਨੇ, ਨਾ ਕਿਸੇ ਦੀ ਚੋਰੀ ਕੀਤੀ, ਨਾ ਡਾਕਾ ਮਾਰਿਆ। ਅਕਸਰ ਤੇ ਇੰਨੇ ਲੱਖਾਂ ਬੰਦਿਆਂ ਦੇ ਵਿੱਚ ਜੇ 2-4 ਬੰਦੇ ਨੇ ਧੱਕਾ ਕਰ ਵੀ ਦਿੱਤਾ ਤੇ ਇਟਸ ਨਾਟ ਅ ਬਿਗ ਡੀਲ, ਬਿਕੋਜ਼ ਆਪ ਤੇ ਧੱਕਾਸ਼ਾਹੀ ਸਾਰੀ ਉਮਰ ਕਰਦੇ ਆਏ ਨੇ। ਸੋ that I think it shows very clearly ਕਿ ਗਵਰਨਮੈਂਟ ਕਰ ਕੀ ਰਹੀ ਹੈ। ਗਵਰਨਮੈਂਟ ਦਾ ਇੱਕ ਪਲਾਨ ਲੱਗ ਰਿਹਾ ਸੀ। ਕਿਰਪਾਲ ਭਾਜੀ, ਤੁਹਾਡਾ ਕੀ ਖਿਆਲ ਹੈਗਾ ਕਿ ਹੁਣ ਜਿਹੜੀ ਅੱਜ ਜੋ ਕੁਝ ਹੋਇਆ ਹੈ, ਇਸ ਤੋਂ ਬਾਅਦ
ਮਤਲਬ ਇਹਨੂੰ ਤੁਸੀਂ ਵਿਕਟਰੀ ਕਹੋਗੇ ਗਵਰਨਮੈਂਟ ਦੀ ਜਾਂ ਵਿਕਟਰੀ ਕਹੋਗੇ ਕਿਸਾਨਾਂ ਦੀ ਜਾਂ ਉਹਨਾਂ ਦੇ ਪ੍ਰੋਟੈਸਟ ਦੀ ਜਿਹੜੀ ਇੱਕ ਸਪਿਰਿਟ ਸੀ, ਤੁਸੀਂ ਸਮਝਦੇ ਹੋ ਕਿ ਉਹਨੂੰ ਨੁਕਸਾਨ ਪਹੁੰਚਿਆ ਹੈਗਾ? ਅਨਮਿਊਟ ਕਰਨਾ ਜੀ, ਅਨਮਿਊਟ ਕਰੋ ਪਲੀਜ਼। ਹਾਂਜੀ ਇਸਰਾਰ ਜੀ, ਮੈਂ ਇਹਨੂੰ ਇਸ ਤਰ੍ਹਾਂ ਦੇਖਦਾ ਕਿ ਠੀਕ ਹੈ, ਝਟਕਾ ਤਾਂ ਹੈ ਛੋਟਾ ਜਿਹਾ, ਪਰ ਜੇ ਤੁਸੀਂ ਕਹੋ ਕਿ ਇਹਦਾ ਐਡਾ ਵੱਡਾ ਨੁਕਸਾਨ ਹੈ ਮੂਵਮੈਂਟ ਨੂੰ ਐਜ਼ ਅ ਹੋਲ, ਕਿਉਂਕਿ ਇਹ ਕਿਹੜਾ ਵੀ 1 ਘੰਟੇ ਦੀ ਗੱਲ ਆ, ਇੰਨੇ ਚਿਰਾਂ ਦਾ ਇਹ ਸਾਰੀ ਚੀਜ਼ ਬਿਲਡਅਪ ਹੋ ਰਹੀ ਆ, ਤੇ ਯੂਥ ਦੀ ਉਹ ਰਿਐਕਸ਼ਨ ਹੈਗੀ ਆ, ਤੇ ਬਾਕੀ ਇਨਸਟੀਗੇਟਰਸ ਹੈਗੇ ਆ। ਬਾਕੀ ਜਦੋਂ ਤੁਸੀਂ ਜਿਹੜਾ ਇੱਕ ਡੈਥ ਹੋਈ ਆ, ਉਹ ਸਾਈਡ ਤੋਂ ਪੁਲਿਸ ਨੇ ਗੋਲੀ ਮਾਰੀ ਖੜੇ ਹੋ ਕੇ ਟਰੈਕਟਰ ਦੇ ਉੱਤੇ ਤੁਰਿਆ ਜਾਂਦੇ ਆਂਦੇ, ਉਹਦਾ ਤਾਂ ਇਹਦੇ ਨਾਲ ਕੋਈ ਕਨੈਕਸ਼ਨ ਨਹੀਂ, ਜਿਹੜਾ ਯੂਥ ਗਈ ਆ। ਅੱਛਾ, ਜਿਹੜੀ ਤੁਸੀਂ ਹੁਣ ਗੋਲੀ ਦੀ ਗੱਲ ਕਰ ਰਹੇ ਹੋ, ਇਸ ਤੇ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਗੋਲੀ ਦਾ ਆਰਡਰ ਕਿੰਨੇ ਦਿੱਤਾ? ਬਿਲਕੁਲ, ਹਾਂਜੀ ਬਿਲਕੁਲ ਹੋਣੀ ਚਾਹੀਦੀ ਹੈ। ਪਹਿਲੀ ਗੱਲ ਹੈ ਕਿ ਵੀ ਗੋਲੀਆਂ ਦਾ ਉੱਥੇ ਕੰਮ ਕੀ ਸੀ, ਕੀ ਜ਼ਰੂਰਤ ਸੀਗੀ ਕਿ ਉਹ ਆ ਰਿਹਾ, ਤੇ ਪਹਿਲਾਂ ਤਾਂ ਜਿਹੜੇ ਬੈਰੀਅਰ ਲਾਉਣ ਦੀ ਲੋੜ ਨਹੀਂ ਸੀਗੀ, ਤੇ ਜੇ ਬੈਰੀਅਰਸ ਲਾਇਓ ਥਾਂ ਤੇ ਉੱਤੇ, ਤੇ ਮੁੱਖ ਦੀ ਗੱਲ ਹੈ ਕਿ ਉਹ ਇਹ ਚਾਹੁੰਦੇ ਨਹੀਂ ਸੀ, ਨਲਾਇਕ ਮਤਲਬ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਇਹ ਸਾਰੇ ਡਿਸੀਜਨ ਮੇਕਿੰਗ ਹੈਗੀ ਆ ਕਿ ਉਹ ਪਤਾ ਹੈ ਕਿ ਇਹ ਪਰੇਡ ਹੋਣੀ, ਔਰ ਸਾਰੇ ਜਣੇ ਅਗਰੀ ਕਰ ਗਏ ਹੋ ਕਿ ਪਰੇਡ ਹੋਣੀ ਆ, ਤੇ ਉਹਨੂੰ ਸਬੂਤਲੀ ਚੱਲ ਲੈਣ ਦਿਓ। ਉਹਨਾਂ ਨੇ ਮੰਨ ਲਓ ਉਹਦੇ ਜਿਹੜੀਆਂ ਆਬਸਟੀਕਲਸ ਉਹਦੇ ਵਿੱਚ ਪਾਉਣੀਆਂ, ਇਹ ਕੋਈ ਅਕਲਮੰਦੀ ਨਹੀਂ ਸੀ, ਤੇ ਉਹਨਾਂ ਨੇ ਪਾਈਆਂ ਆ। ਤੇ ਅਨਫੋਰਚੂਨੇਟਲੀ ਜਿਹੜਾ ਜੋ ਇੰਸੀਡੈਂਸ ਹੋਇਆ, ਜਿਹੜੇ ਮੁੰਡੇ ਦੀ ਡੈਥ ਹੋਈ ਆ, ਬਾਕੀ ਵਟਸਐਪ ਬਿਗ ਡੀਲ ਜੇ ਫਰਜ਼ੀ ਦਾ ਲਾਲ ਕਿਲੇ 'ਚ ਨੂੰ ਉਹ ਚਲੇ ਗਏ ਆ, ਤੇ ਉੱਥੇ ਜਾ ਕੇ ਉਹਨਾਂ ਨੇ ਮਾਰਚ ਕਰਕੇ ਪਹੁੰਚ ਗਏ, ਤੇ ਉੱਥੇ ਜਿਹੜਾ ਉਹਨਾਂ ਦਾ ਲੋਕਾਂ ਦਾ ਇਮੋਸ਼ਨਲ ਰਿਐਕਸ਼ਨ ਸੀਗਾ, ਉਹਨਾਂ ਨੇ ਔਰ ਕੋਈ ਫਲੈਗ ਉਹਨਾਂ ਨੇ ਡਿਸਆਨਰ ਨਹੀਂ ਕੀਤਾ। ਜੇ ਤੁਸੀਂ ਕਹੋ ਵੀ ਤਿਰੰਗੇ ਨੂੰ ਉਹਨੇ ਕੋਈ ਲਿਆ ਕੇ ਪਾੜਿਆ ਜਾਂ ਕੁਝ ਜਿੱਦਾਂ ਕਵਨੀਤ ਹੋਣੀ ਗੱਲ ਕੀਤੀ ਆ, ਤੇ ਜੇ ਤਾਂ ਇਸ ਤਰ੍ਹਾਂ ਦੀ ਗੱਲ ਕਹੀ ਤਾਂ ਫਿਰ ਅਸੀਂ ਕਹਾਂਗੇ ਵੀ ਡਿਸਰਿਸਪੈਕਟਫੁਲ ਸੀਗੇ। ਉਹ ਡਿਸਰਿਸਪੈਕਟਫੁਲ ਤਾਂ ਨਹੀਂ ਕੋਈ ਐਕਸ਼ਨ, ਬਲਕਿ ਉਹਨਾਂ ਨੇ ਤਿਰੰਗੇ ਫੜੇ ਹੋਏ ਸਨ। ਬਿਲਕੁਲ ਫੜੇ ਉਹਨਾਂ ਨੇ, ਨਾਲ ਆਪਣੇ ਫੜੇ ਉਹਨਾਂ ਦੇ ਹੱਥਾਂ ਦੇ ਵਿੱਚ। ਸੋ ਇਹ ਜਿਹੜਾ ਬਿਲਕੁਲ ਨੈਰੇਟਿਵ ਜਿਹੜਾ ਉਹ ਦੇਣ ਦੀ ਕੋਸ਼ਿਸ਼ ਕਰ ਰਿਹਾ ਨਾ, ਮੁੱਖ ਦੀ ਗੱਲ ਹੈ ਕਿ ਜਿਹੜਾ ਉਹਨਾਂ ਦਾ ਮੀਡੀਆ ਨਾ ਜੀ, ਮੀਡੀਆ ਜਿਹੜਾ ਗੋਦੀ ਮੀਡੀਆ, ਉਹ ਇਦਾਂ ਦੀਆਂ ਐਕਸਕਿਊਜ਼ ਬਣਾ ਕੇ ਉਹਨੂੰ ਹੋਰ ਹੀ ਮਤਲਬ ਰੰਗਤ ਦੇ ਕੇ ਤਾਂ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਚਾਹੁੰਦੇ ਆ, ਤੇ ਉੱਥੇ ਮਤਲਬ ਬਲੇਮ ਕੱਢਦੇ ਜਿੱਥੇ ਬਲੇਮ ਬਿਲਕੁਲ ਹੈ ਨਹੀਂ। ਜਿਹੜੀ ਗੱਲ ਉਹਨਾਂ ਦੀ ਗੱਲ ਹੈਗੀ, ਦੇਖੋ ਵੀ ਇੱਕ ਗੱਲ ਤਾਂ ਹੈਗੀ ਆ ਕਿ ਰੋਜ਼ ਤਮਾਸ਼ਾ ਜਿਹੜਾ ਜੀ, ਕਦੇ ਮੀਟਿੰਗ ਕਰ ਲਏ, ਕਦੇ ਮੀਟਿੰਗ ਹਟ ਗਈ, ਔਰ ਅੱਜ ਤੱਕ ਤੁਸੀਂ ਮੈਨੂੰ ਦੱਸੋ ਵੀ ਕੁਝ ਨਿਕਲਿਆ ਪਿਛਲੇ 2 ਮਹੀਨਿਆਂ 'ਚ? ਜੇ ਤੁਸੀਂ ਇੰਨੇ ਬੰਦੇ ਇਕੱਠੇ ਕੀਤੇ ਆ, ਉਧਰ ਇੰਨੀ ਜਨਤਾ ਇਕੱਠੀ ਹੋਈ ਆ, ਉਹਨਾਂ ਤੇ ਤੁਸੀਂ ਡਿਸੀਜਨ ਮੇਕਿੰਗ ਲਈ ਤੁਸੀਂ ਇਕੱਠੇ ਹੋਏ ਆ, ਤੁਹਾਡੇ ਕੋਲ ਕੁਝ ਹੋਣਾ ਚਾਹੀਦਾ ਜੀ ਵੀ ਹਾਂ ਅਸੀਂ ਆਹ ਕਰ ਸਕਦੇ ਹਾਂ, ਅਸੀਂ ਨਹੀਂ ਕਰ ਸਕਦੇ। ਉਦੋਂ ਦਾ ਤਮਾਸ਼ਾ ਬਣਾ ਕੇ ਬੈਠੇ ਆ, ਤਾਂ ਪਿੱਛੋਂ ਨੇ ਮੇਰੇ ਹਿਸਾਬ ਨਾਲ ਯੂਥ ਜਿਹੜੀ ਆ, ਉਹ ਨੈਚੁਰਲੀ ਦੇ ਆਰ ਗॉड ਸਿਕ ਐਂਡ ਟਾਇਰਡ, ਉਹ ਇੰਪੇਸ਼ੈਂਟ ਹੋ ਗਏ। ਹਾਂ, ਉਹ ਇੰਪੇਸ਼ੈਂਟ ਹੋਣਾ ਬੜਾ ਨੈਚੁਰਲ ਜਿਹੀ ਗੱਲ ਆ, ਨੈਚੁਰਲ। ਇਨਫੈਕਟ ਇਸਰਾਰ ਜੀ, ਜੇ ਇਹ ਹਾਲੇ ਵੀ ਟਾਈਮਲੀ ਜੇ ਇਸ ਸਿਚੁਏਸ਼ਨ ਨੂੰ ਜਿਹੜਾ ਹੈਗਾ ਉਹਨਾਂ ਦਾ ਇਹ 3 ਲਾਜ਼ ਵਾਪਸ ਲੈ ਕੇ, ਦੇਖੋ 3 ਲਾਜ਼ ਵਾਪਸ ਲੈਣਾ ਕਿਹੜਾ ਮਤਲਬ ਗੱਲ ਹੈ ਕਿ 2 ਮਹੀਨੇ ਪਹਿਲਾਂ ਇਹ ਲਾਜ਼ ਨਹੀਂ ਸੀਗੇ 3, ਉਦੋਂ ਵੀ ਤਾਂ ਇੰਡੀਆ ਐਗਜ਼ਿਸਟ ਕਰਦਾ ਹੀ ਸੀ ਨਾ, ਤੇ ਉਹ ਜੇ ਉਸ ਪੋਜੀਸ਼ਨ ਤੇ ਚੱਲ ਜਾਂਦੇ ਆ, ਤੇ ਉਦੋਂ ਬਾਅਦ ਮੁੜ ਕੇ ਫੁੱਲ ਡਿਬੇਟ ਦੇ ਨਾਲ ਲੋਕਾਂ ਨੂੰ ਐਜੂਕੇਟ ਕਰਕੇ, ਜੇ ਮੁੜ ਕੇ ਕੋਈ ਇਦਾਂ ਦੀ ਚੀਜ਼ ਲਿਆਉਣੀ ਲੈ ਆਉਣ, ਘੱਟੋ ਘੱਟ ਲੋਕਾਂ ਨੂੰ ਪਤਾ ਤਾਂ ਹੋਵੇ ਵੀ ਗੱਲ ਆਹ ਹੋਣੀ ਹੈ, ਇਹਦੇ ਵਿੱਚ ਆਹ ਨੁਕਸਾਨ ਹੋਣਾ, ਆਹ ਫਾਇਦਾ ਹੋਣਾ ਹੈ। ਤੇ ਜੇ ਉਹ ਤੁਸੀਂ ਨਹੀਂ ਕਰਦੇ ਤਾਂ ਉਦਾਂ ਜੀ ਵੀ ਹਾਂ ਜੀ ਅਸੀਂ ਸੋਚ ਲਿਆ ਵੀ ਇਹ ਤੁਹਾਡੇ ਫਾਇਦੇ ਲਈ ਆ। ਕਿਸਾਨ ਤਾਂ ਜਿਹੜੇ ਸਾਰੇ ਜਣੇ ਉਹ ਮੁੜ ਕੇ ਕਹਿੰਦੇ ਵੀ ਜਿਹੜੀ ਸਾਡੀ ਖਾਣ ਨੂੰ ਜੀ ਨਹੀਂ ਕਰਦਾ ਚੀਜ਼, ਸਾਨੂੰ ਕਾਹਦੇ ਲਈ ਦੇਣ ਡਿਆ, ਕਾਹਦੇ ਪਰੋਸਣ ਡਿਆ। ਔਰ ਬੜਾ ਸਿੰਪਲ ਸਟ੍ਰੇਟ ਵਰਡਸ ਦੇ ਵਿੱਚ ਇਹ ਗੱਲ ਸਮਝ ਆਉਂਦੀ ਆ, ਪਰ ਉਹਨਾਂ ਦਾ ਕੰਮ ਹੈਗਾ ਕਿ ਇਸ ਤਰ੍ਹਾਂ ਦੀ ਸ਼ਰਾਰਤਾਂ ਕਰਕੇ ਨਾ, ਜਿਹੜੀ ਚੀਜ਼ ਵੀਰ ਮੇਰੇ ਉਹ ਜਿਹੜੀ ਚੀਜ਼ ਰੈਕਗਨਾਈਜ਼ ਨਹੀਂ ਕਰ ਰਹੀ, ਔਰ ਮੈਂ ਨਲਾਇਕ ਕਹੂੰਗਾ ਜਿਹੜੀ ਉੱਥੇ ਦੀ ਸਾਰੀ ਐਡਮਿਨਿਸਟ੍ਰੇਸ਼ਨ, ਉਹ ਨਲਾਇਕਤਾ ਇਹ ਹੈਗੀ ਆ ਕਿ ਉਹ ਇਹਦੇ ਲੌਂਗ ਟਰਮ ਕੌਨਸੀਕੁਐਂਸਿਸ ਨਹੀਂ ਦੇਖਦੇ। ਲੋਕਾਂ ਦੇ ਵਿੱਚ ਹੇਟ ਭਰ ਹੋ ਰਹੀ ਹੈ, ਤੇ ਇਹਦੇ ਕੱਲ ਨੂੰ ਸਾਰੇ ਇੰਡੀਆ ਦੇ ਬ੍ਰੇਕੇਜ ਦੇ ਚਾਂਸਸ ਬਣਦੇ ਆ ਇਹਦੇ ਨਾਲ। ਤੇ ਇਹ ਤਾਂ ਬੜੀ ਸੋਚਣ ਵਾਲੀ ਗੱਲ ਹੈ, ਬੜੀ ਗੰਭੀਰਤਾ ਨਾਲ ਸੋਚਣ ਵਾਲੀ ਗੱਲ ਹੈ ਜਿਹੜੀ ਕਰਨ ਦੀ ਗੱਲ ਸੀ, ਤੇ ਉਹ ਨਿਆਣੇ ਵਾਲਾ ਤਮਾਸ਼ਾ ਨਹੀਂ ਬਣਾ ਦਿੱਤਾ। ਜਸਬੀਰ ਜੀ ਤੁਸੀਂ ਜ਼ਰਾ ਮੈਨੂੰ ਦੱਸੋਗੇ, ਕਿਰਪਾਲ ਭਾਈ ਜੀ ਜ਼ਰਾ ਮਿਊਟ ਕਰਨਾ ਜੀ ਆਪਣੇ ਆਪ। ਜਸਬੀਰ ਜੀ, ਇੱਕ ਚੀਜ਼ ਹੁਣ ਸਾਰੀ ਸਾਡੇ ਸਾਹਮਣੇ ਆ ਗਈ, ਇਹਦੇ 'ਚ ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਲਿਓਰ ਇਨ ਕੀਤਾ ਗਿਆ, ਕਿਸ ਤਰੀਕੇ ਨਾਲ ਉਹਨਾਂ ਨੂੰ ਉੱਥੇ ਡੀਲ ਕੀਤਾ ਗਿਆ, ਔਰ ਹੁਣ ਕਿਸ ਤਰ੍ਹਾਂ ਪ੍ਰੋਪੇਗੈਂਡਾ ਹੋ ਰਿਹਾ। ਮੈਂ ਮੁਖਤਲਿਫ ਚੈਨਲ ਤੋਂ ਦੇਖ ਰਿਹਾ ਸਾਂ ਕਿਸ ਤਰੀਕੇ ਨਾਲ ਉਹ ਟਾਰਗੇਟ ਕਰ ਰਹੇ ਨੇ ਕਿ ਜੀ ਇਹ ਸਾਰੀ ਮੂਵਮੈਂਟ ਜਿਹੜੀ ਹੈ ਇਹ ਵਾਇਲੈਂਸ ਕ੍ਰੀਏਟ ਕਰਨ ਵਾਸਤੇ ਸੀ, ਔਰ ਇਹਨਾਂ ਦਾ ਮਕਸਦ ਇਹ ਸੀ, ਇਹਨਾਂ ਦਾ ਸਿਆਸੀ ਮਕਾਸਦ ਲੈ ਕੇ ਆਏ ਹੋਏ ਨੇ। ਅੱਛਾ, ਹੁਣ ਇਹਦਾ
ਫਿਊਚਰ ਜਿਹੜਾ ਹੈਵੇ ਉਹ ਕੀ ਹੋਏਗਾ, ਤੁਸੀਂ ਕੀ ਫੋਰਸੀ ਕਰ ਰਹੇ ਹੋ ਕਿ ਹੁਣ ਜ਼ਾਹਿਰ ਹੈ ਲੋਕ ਵੀ ਇੰਪੇਸ਼ੈਂਟ ਹੋਣਾ ਸ਼ੁਰੂ ਹੋ ਗਏ ਨੇ, ਜ਼ਾਹਿਰ ਹੈ ਨੌਜਵਾਨ ਵੀ ਉੱਥੇ ਬੈਠੇ ਹੋਏ ਨੇ, ਹੁਣ ਕਦੋਂ ਤੱਕ ਇੰਤਜ਼ਾਰ ਕਰਨਗੇ, ਕੋਈ ਸੁਣਨ ਦੀ ਗੱਲ ਉਹਨਾਂ ਵੱਲ ਕੋਈ ਆਉਂਦਾ ਹੀ ਨਹੀਂ। ਜਿਹੜੀਆਂ ਕਮੇਟੀਆਂ ਨੇ ਅੱਜ 11 ਰਾਉਂਡ ਹੋ ਚੁੱਕੇ ਨੇ, ਮਤਲਬ ਹੈ ਕਿ ਕੁਛ ਨਾ ਕੁਛ ਤੇ ਵਿੱਚ ਨਿਕਲਣਾ ਚਾਹੀਦਾ ਸੀ। ਤੁਸੀਂ ਕੀ ਫੋਰਸੀ ਕਰ ਰਹੇ ਹੋ ਜੀ? ਹਾਂਜੀ ਵੀਰ ਜੀ ਦੇਖੋ, ਮੈਂ ਇੱਕ ਚੀਜ਼ ਹੋਰ ਕਲੀਅਰ ਕਰਦਾ, ਉਹ ਇੱਕ ਬੱਚੇ ਨੂੰ ਤਾਂ ਇਹਨਾਂ ਨੇ ਟਰੈਕਟਰ ਤੇ ਗੋਲੀ ਮਾਰੀ, ਉਹ ਸਰਦਾਰ ਹਰਦੀਪ ਸਿੰਘ ਡਿਬਡਿਬਾ ਸਾਡੇ ਰਾਜਸਥਾਨ ਦੇ ਬੜੇ ਚੰਗੇ ਲੀਡਰ ਹੈ, ਉਹਨਾਂ ਦਾ ਪੁੱਤਰ ਹੈ। ਦੂਸਰਾ ਇਹਨਾਂ ਨੇ ਬੱਚਾ ਜਿਹੜਾ ਲਾਲ ਕਿਲੇ ਦੇ ਅੰਦਰ ਵੀ ਨੌਜਵਾਨ ਸ਼ਹੀਦ ਹੋਇਆ, ਉਹਦੇ ਢਿੱਡ 'ਚ ਗੋਲੀ ਮਾਰੀ ਹੈ। ਅਜੇ ਉਹਦੇ 2-3 ਬੱਚੇ ਹੋਰ ਖਦਸ਼ਾ ਹੈ, ਲੇਕਿਨ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ। ਸਾਡੇ ਉਹ ਕਾਫੀ ਬੱਚੇ ਬੰਦੇ ਕਿਸਾਨ ਬਾਹਰ ਬੈਠੇ ਹੋਏ ਨੇ ਜਿਹੜੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ, ਉਹ ਕਹਿ ਰਹੇ ਪੁਲਿਸ ਨੂੰ ਕਿ ਸਾਨੂੰ ਦੱਸੋ ਅੰਦਰ ਹੋਰ ਕੌਣ ਹੈ। 2 ਬਜ਼ੁਰਗ ਜਿਹੜੇ ਆ ਉਹ ਗਾਜ਼ੀਪੁਰ ਬਾਰਡਰ ਤੇ, ਕਿਉਂਕਿ ਇਹਨਾਂ ਨੇ ਇੰਨੇ ਜ਼ਿਆਦਾ ਟੀਅਰ ਗੈਸ ਸ਼ੈਲ ਛੱਡੇ, ਉਹਨਾਂ ਤੋਂ ਗੈਸ ਬਰਦਾਸ਼ਤ ਨਹੀਂ ਹੋਈ ਤੇ ਦੇ ਡਾਈਡ ਔਨ ਦ ਸਪੌਟ ਉੱਥੇ। ਅੱਛਾ, ਮੈਂ ਸੋਚ ਰਿਹਾ ਸੀ ਕਿ ਸਿਰਫ ਇੱਕ ਬੰਦੇ ਦੀ ਡੈਥ ਹੋਈ ਹੈ, ਤੁਸੀਂ ਤਾਂ ਕਹਿ ਰਹੇ ਹੋ ਜ਼ਿਆਦਾ ਲੋਕਾਂ ਦੀ ਡੈਥ। ਨਹੀਂ, ਹੋਰ ਜ਼ਿਆਦਾ ਲੋਕਾਂ ਨੇ, ਹਜੇ ਤੇ ਹੋਰ ਬਾਹਰ ਆਏਗਾ, ਹਾਲੇ ਤੇ ਹੌਲੀ ਹੌਲੀ ਖਬਰਾਂ ਬਾਹਰ ਆ ਰਹੀਆਂ, ਕਿਉਂਕਿ ਗੋਦੀ ਮੀਡੀਆ ਸਾਰਾ ਗਵਰਨਮੈਂਟ ਤੇ ਕਾਰਪੋਰੇਟ ਕੰਟਰੋਲਡ ਹੈ। ਉਹਨਾਂ ਨੇ ਤੇ ਤਾਨਾਸ਼ਾਹ ਦੀ ਗੱਲ ਕਰਨੀ ਹੈ, ਉਹ ਲੋਕਾਂ ਦੀ ਕੋਈ ਗੱਲ ਨਹੀਂ ਦੱਸਦੇ, ਨਾ ਕੋਈ ਬਾਹਰ ਆ ਰਹੀ ਹੈ। ਟੀਵੀ ਤੇ ਕੁਝ ਵੀ ਨਹੀਂ ਦੱਸੇਗਾ, ਟੀਵੀ ਇਜ਼ ਜਸਟ ਫੇਕ। ਜਿਹੜੀ ਸਾਨੂੰ ਸਾਰੀਆਂ ਖਬਰਾਂ ਮਿਲਦੀਆਂ ਨੇ ਉਹ ਸਾਰੀਆਂ ਥੈਂਕ ਗॉड ਬਿਕਾਜ਼ ਆਫ ਸੋਸ਼ਲ ਮੀਡੀਆ, ਅਸੀਂ ਉੱਥੇ ਦੀ ਅਪਡੇਟ ਸਾਰੀ ਜਿਹੜੀ ਉਹ ਪਲ ਪਲ ਦੀ ਮਿਲਦੀ ਹੈ, ਹੌਲੀ 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 ਸਾਰਾ ਕੁਝ ਆਉਂਦਾ ਹੈ। ਜੋ ਵੀ ਲਾਲ ਕਿਲੇ ਤੇ ਹੋਇਆ ਇਹ ਲਿਓਰ ਸੀਗਾ, ਇਹ ਗਵਰਨਮੈਂਟ ਪਲਾਨ ਸੀ, ਸਾਰਾ ਕੁਝ ਪਤਾ ਬਾਹਰ ਇੱਕਦਮ ਆ ਜਾਂਦਾ ਹੈ ਲੋਕਾਂ ਨੂੰ। ਅੱਜ ਦੁਨੀਆ ਬਹੁਤ ਜਾਗਰੂਕ ਹੈ। ਦੂਸਰੀ ਗੱਲ, ਇਹ ਦੇਖੋ ਜਿਹੜੀ ਜੰਗ ਹੈਗੀ ਨਾ, ਇਹ ਜੰਗ ਹੈ, ਇਹ ਕੋਈ ਅੰਦੋਲਨ ਕੱਲਾ ਇਹ ਨਹੀਂ ਹੈਗਾ ਵੀ ਜੀ 3 ਬਿੱਲ ਵਾਪਸ ਕਰੋ, ਨਹੀਂ, ਇਹ ਹੈਗੀ ਐਗਜ਼ਿਸਟੈਂਸ ਦੀ ਲੜਾਈ ਭਾਜੀ। ਦੇਖੋ ਪੰਜਾਬ ਹੈ, ਬੇਸ਼ੱਕ ਅਸੀਂ ਪਾਕਿਸਤਾਨ 'ਚ ਹੋਈਏ ਜਾਂ ਭਾਰਤ ਵਾਲੇ ਪੰਜਾਬ 'ਚ ਹੋਈਏ, ਪੰਜਾਬ ਦੀ ਰੂਹ ਕਿਸਾਨੀ ਹੈ, ਸਾਡਾ ਸੱਭਿਆਚਾਰ ਕਿਸਾਨੀ ਹੈ, ਸਾਡਾ ਜੀਵਨ ਕਿਸਾਨੀ। ਹੁਣ ਅਸੀਂ ਤੇ ਅਮਰੀਕਾ ਰਹਿੰਦੇ ਆ, ਮੇਰੀਆਂ ਉੱਥੇ ਜ਼ਮੀਨਾਂ ਸੀ, ਹੁਣ ਥੋੜੀ ਜਿਹੀ ਕਿਤੇ ਪਈ ਹੋਣੀ ਹੈ 2-4 ਏਕੜ, ਬਾਕੀ ਤਾਂ ਕੁਝ ਨਹੀਂ ਹੈ। ਪਰ ਜਿਹੜੀ ਸਾਡੀ ਰੂਹ ਹੈ ਉਹ ਕਿਸਾਨੀ ਰੂਹ ਹੈ। ਕਿਸਾਨੀ ਰੂਹ ਦਾ ਮਤਲਬ ਹੈ ਜਿਹੜੀ ਵੰਡਣਾ ਜਾਣਦੀ ਹੈ, ਪਿਆਰ ਕਰਨਾ ਜਾਣਦੀ ਹੈ, ਬੁਲੰਦ ਹੌਸਲਾ ਹੈ, ਔਰ ਉਹ ਸੱਚ ਤੇ ਟਿਕਦੀ ਹੈ। ਹੁਣ ਇਹਨਾਂ ਨੇ ਲੋਕਾਂ ਦੇ ਮੂੰਹ ਦੇ ਵਿੱਚੋਂ ਰੋਟੀ ਖਾਣੀ ਸ਼ੁਰੂ ਕਰ ਦਿੱਤੀ ਹੈ ਨਾ ਜੀ। ਇਹਨਾਂ ਨੇ ਲੋਕਾਂ ਦੇ ਚੁੱਲ੍ਹਿਆਂ ਤੱਕ ਪਹੁੰਚ ਕੀਤੀ ਹੈ ਅਡਾਨੀ ਤੇ ਅੰਬਾਨੀ ਨੂੰ ਖੁਸ਼ ਕਰਨ ਲਈ, ਕਿਉਂਕਿ ਦੇ ਵਾਂਟ ਟੂ ਕੰਟਰੋਲ 12 ਅਰਬ ਡਾਲਰ ਦਾ ਜਿਹੜਾ ਉੱਥੇ ਖੁਦਰਾ ਬਾਜ਼ਾਰ ਹੈ, ਉਹਨੂੰ ਕੰਟਰੋਲ ਕਰਨ ਲਈ ਆਹ ਵਾਲੇ 3 ਕਾਨੂੰਨ ਲਿਆਂਦੇ ਨੇ, ਜਿਹਦੇ ਨਾਲ ਉਹਨਾਂ ਨੂੰ ਕੁਝ ਨਾ ਕਰਨਾ ਪਏ, ਉਹ ਸਟੋਰ ਕਰ ਸਕਣ, ਉਹ ਫਸਲਾਂ ਉਜਾੜ ਸਕਣ, ਉਹ ਸਾਰੀ ਜ਼ਮੀਨ ਤੇ ਕਾਬਜ਼ ਹੋ ਜਾਣ ਤੇ ਸਾਰੇ ਕਿਸਾਨ ਗੁਲਾਮ ਹੋ ਜਾਣ ਜਿੱਦਾਂ ਪਹਿਲਾਂ ਹੁੰਦੇ ਸੀ। ਤੇ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜੇ ਬਣਾਇਆ ਸੀ, ਜ਼ਮੀਨਾਂ ਦੇ ਮਾਲਿਕ ਬਣਾਇਆ ਸੀ, ਇਹਨਾਂ ਨੇ ਨਹੀਂ ਬਣਾਇਆ। ਤੇ ਇਹ ਚੀਜ਼ ਜਿਹੜੀ ਤੁਸੀਂ ਪੁੱਛ ਰਹੇ ਹੋ, ਇਹ ਕਦੀ ਵੀ ਨਹੀਂ ਮੁੱਕੇਗੀ, ਇਹ ਖਤਮ ਨਹੀਂ ਹੋਣੀ, ਕਿਉਂਕਿ ਇਹਨਾਂ ਨੂੰ ਭੁਲੇਖਾ ਹੈ ਕਿ ਸਿਰਫ ਪੰਜਾਬ ਹਰਿਆਣਾ ਲੜ ਰਿਹਾ, ਨਹੀਂ, ਸਾਰਾ ਮਹਾਰਾਸ਼ਟਰ, यूपी, ਤੁਸੀਂ ਬਨਾਰਸ ਦੀਆਂ ਖਬਰਾਂ ਅੱਜ ਦੇਖੋ, ਤੁਹਾਨੂੰ ਸੋਸ਼ਲ ਮੀਡੀਆ ਤੇ ਮਿਲਣਗੇ, ਉੱਥੇ ਬੰਦਿਆਂ ਨੂੰ ਕੁੱਟ-ਕੁੱਟ ਮਾਰਿਆ ਇਹਨਾਂ ਨੇ, ਜਾਣ ਹੀ ਨਹੀਂ ਦਿੱਤਾ। ਉਹ ਗਰੀਬ ਨੇ ਵਿਚਾਰੇ, ਉਹ ਦਿੱਲੀ ਨਹੀਂ ਆ ਸਕਦੇ, ਉਹਨਾਂ ਨੂੰ ਮਾਰਿਆ। ਉੜੀਸਾ ਤੋਂ ਲੋਕੀ ਆਏ ਨੇ, ਜਾ ਕੇ ਕੰਨਿਆ ਕੁਮਾਰੀ ਜਿਹੜਾ ਤਮਿਲਨਾਡੂ ਹੈਗਾ, ਉੱਥੇ ਸਾਰਾ ਅਨਰੈਸਟ ਹੈ, ਬੰਗਾਲ ਦੇ ਵਿੱਚ ਅਨਰੈਸਟ ਹੈਗਾ, ਉੱਤੇ ਸਾਰੇ ਏਰੀਆਜ਼ ਦੇ ਵਿੱਚ ਅਨਰੈਸਟ ਆਲਰੇਡੀ ਹੈਗਾ। ਸੋ ਦੈਟ ਮੀਨਸ ਕਿਉਂਕਿ ਸਾਰਾ ਭਾਰਤ ਜਿਹੜਾ ਹੈ ਉਹਦੀ ਰੀੜ ਦੀ ਹੱਡੀ ਕਿਸਾਨੀ ਹੈ। ਇਹ ਕਿਸੇ ਸਿੱਖ ਦੀ ਜਾਂ ਕਿਸੇ ਹਿੰਦੂ ਦੀ, ਕਿਸੇ ਮੁਸਲਮਾਨ ਦੀ ਲੜਾਈ ਨਹੀਂ ਹੈਗੀ, ਇਹ ਤੇ ਆਮ ਹਰ ਇੱਕ ਨਾਗਰਿਕ ਦੀ ਲੜਾਈ ਹੈ, ਜਿਹੜਾ ਕਿ ਪਿਸ ਰਿਹਾ ਹੈ ਉੱਥੇ। ਜਿਹੜੀ ਕਾਰਪੋਰੇਟ ਵਰਲਡ ਹੈ ਉਹਦੇ ਪੈਰਾਂ ਤਲੇ ਕਿਉਂ ਪਿਸ ਰਿਹਾ ਹੈ? ਕਿਉਂਕਿ ਮੋਦੀ ਜਿਹੜਾ ਹੈਗਾ ਉਹਨਾਂ ਦੇ ਹੱਥ ਦਾ ਖਿਡੌਣਾ ਬਣਿਆ, ਉਹਨੇ ਸਾਰਾ ਦੇਸ਼ ਹੀ ਵੇਚਦਾ। ਤੁਹਾਨੂੰ ਸਾਰੀ ਡਿਟੇਲ ਪਤਾ ਹੈ, ਕਿੰਨੇ ਅਰਬ ਉਹਨੇ ਕਿਹਨੂੰ ਦਿੱਤੇ, ਕਿੰਨੇ ਕਰੋੜ। ਸਾਰੇ ਗੁਜਰਾਤੀ ਜਿਹੜੇ 28-29 ਨਾਂ ਨੇ ਆਨਲਾਈਨ, ਜਿਨ੍ਹਾਂ ਨੂੰ ਇਹਨੇ ਬੈਂਕ ਖਾਲੀ ਕਰ ਕਰਕੇ ਬਾਹਰ ਭਜਾ ਦਿੱਤਾ ਹੈ। ਕੋਈ ਵੈਸਟ ਕਿਤੇ ਚਲਾ ਗਿਆ, ਕੋਈ ਕੈਨੇਡਾ, ਕੋਈ ਲੰਡਨ, ਉੱਥੇ ਆਰਾਮ ਨਾਲ ਤੁਰੇ ਫਿਰਦੇ ਨੇ, ਨੋਬਡੀ ਕੇਅਰਸ। ਆ ਕਿਸਾਨ ਵਿਚਾਰੇ ਮਰੀ ਜਾਂਦੇ ਨੇ। ਸੋ ਇਹ ਕਹਿਣ ਦਾ ਮਤਲਬ ਹੈ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਇੱਕ ਨੈਰੇਟਿਵ ਸਿਰਜਣ ਦੀ, ਲੇਕਿਨ ਇਹ ਨੈਰੇਟਿਵ ਨਹੀਂ ਬਣਨਾ, ਕਿਉਂਕਿ ਹੁਣ ਦੁਨੀਆ ਇੰਨੀ ਜਾਗਰੂਕ ਹੈ, ਸਾਡੇ ਬੱਚੇ ਪੜ੍ਹੇ ਲਿਖੇ ਆ, ਬੇਸ਼ੱਕ ਪਿੰਡਾਂ 'ਚ ਰਹਿੰਦੇ ਆ, ਬੇਸ਼ੱਕ ਲੋਕਾਂ ਕੋਲ 2-2 4-4 ਕਿੱਲੇ ਪੈਲੀ ਆ, ਔਰ ਖਾਸ ਕਰ ਪੰਜਾਬ ਤੇ ਹਰਿਆਣੇ ਦੀ ਨੌਜਵਾਨੀ ਸਾਰੀ ਕੈਨੇਡਾ, ਇੰਗਲੈਂਡ, ਅਮਰੀਕਾ ਵਸੀ ਹੋਈ ਹੈ। ਉਹਨਾਂ ਨੂੰ ਸਭ ਕੁਝ ਪਤਾ, ਉਹ ਪੈਸੇ ਧੇਲੇ ਨਾਲ ਆਪਣੇ ਮਾਂ ਪਿਓ ਨੂੰ ਇੰਨੀ ਜੀ ਵੀ ਕੋਈ ਦਿੱਕਤ ਨਹੀਂ ਆਣ ਦਿੰਦੇ। ਤੇ ਗੱਲ ਕੀ ਹੈ ਕਿ ਬੇਸ਼ੱਕ ਇਹਨਾਂ ਨੇ ਕੁਝ ਇਹ ਉੱਥੇ ਜੀ ਝੰਡਾ ਲਾਤਾ, ਤਿਰੰਗਾ ਤੇ ਉੱਥੇ ਝੂਲਣ ਡਿਆ। ਤਿਰੰਗੇ ਨੂੰ ਕੀ ਕੀਤਾ ਉਹਨਾਂ ਨੇ? ਕੁਝ ਨਹੀਂ ਕੀਤਾ, ਲਾਤਾ ਤੇ ਲਾਤਾ। ਗਏ ਸੀ ਹੁੱਲੜਬਾਜ਼ ਉੱਥੇ ਬੱਚੇ, ਤੁਹਾਡਾ ਸੀ ਮਤਲਬ ਉਹਨਾਂ ਨੂੰ ਰੋਕਣਾ। ਜੇ ਤੁਸੀਂ ਨਹੀਂ ਰੋਕਿਆ, ਇਹ ਤੁਹਾਡੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਉੱਠਣਗੇ, ਸਰਕਾਰ ਦੀ ਕਾਰਗੁਜ਼ਾਰੀ। ਔਰ ਸਰਕਾਰ ਥੋੜੀ ਜੀ ਗੱਲ ਹੈ ਕਿ
ਚੰਦ ਲੋਕਾਂ ਦੀ ਵਜ੍ਹਾ ਤੋਂ ਤੁਸੀਂ ਪੂਰੀ ਦੀ ਪੂਰੀ ਜਿਹੜੀ ਮੂਵਮੈਂਟ ਹੈ ਉਹਨੂੰ ਤੁਸੀਂ ਡਿਸਕ੍ਰੈਡਿਟ ਨਹੀਂ ਕਰ ਸਕਦੇ। ਉਹ ਨਹੀਂ ਹੋਣੀ ਭਾਜੀ, ਉਹ ਹੋਣੀ ਵੀ ਨਹੀਂ, ਉਹਨਾਂ ਨੇ ਜਾਣਾ ਹੀ ਨਹੀਂ ਉੱਥੇ ਤੇ ਅਗਲਿਆਂ ਨੇ। ਹੁਣ ਸਾਡੇ ਇੱਥੋਂ ਇੱਕ ਡਾਕਟਰ ਐਡਾ ਵਿਚਾਰਾ ਯੰਗ ਬੱਚਾ ਕਾਰਡੀਓਲੋਜਿਸਟ, ਤੁਸੀਂ ਦੇਖੋ, ਮੈਂ ਤੇ ਕਹਿੰਨੀ ਸਲਾਮ ਹੈ ਗੁਰੂ ਕੇ ਸਿੱਖਾਂ ਨੂੰ, ਕਾਰਡੀਓਲੋਜਿਸਟ ਹੈਗਾ ਯੰਗ, ਜਿਹੜਾ 5 ਸਾਲਾਂ ਤੋਂ ਇੱਥੇ ਕਾਰਡੀਓਲੋਜੀ ਕਰ ਰਿਹਾ ਹੈ ਫਿਲਾਡੈਲਫੀਆ। ਉੱਥੇ ਜਾ ਕੇ ਸਿਰਫ ਦਵਾਈਆਂ ਤੇ ਬਜ਼ੁਰਗਾਂ ਦਾ ਇਲਾਜ ਕਰਨ ਗਿਆ ਸੀ, ਕਿਉਂਕਿ ਠੰਡ ਵਿੱਚ ਤੁਹਾਨੂੰ ਪਤਾ ਹੈ ਕਿ ਹਾਰਟ ਅਟੈਕ ਬਹੁਤ ਜ਼ਿਆਦਾ ਹੁੰਦੇ ਆ। ਉਹਨੇ ਦੇਖਿਆ ਇੱਥੇ ਤੇ ਵਿਚਾਰੇ ਕੋਈ ਮਤਲਬ ਠੰਡੀਆਂ ਹਵਾਵਾਂ ਵਿੱਚ ਠਰ ਮਰ ਰਹੇ ਨੇ। ਉਹਨੇ ਕੀ ਕੀਤਾ, ਉਹਨੇ ਦਵਾਈਆਂ ਦੇਣ ਤੋਂ ਬਾਅਦ ਉਹਨੇ ਸੋਚਿਆ ਕਿ ਇਹਨਾਂ ਦੇ ਰਹਿਣ ਦਾ ਇੰਤਜ਼ਾਮ, ਉਹਨੇ ਇੱਕ ਜਿੱਦਾਂ ਹਲੇ ਪੂਰਾ ਬਣਿਆ ਨਹੀਂ ਸੀ ਬੱਸ ਸਟੈਂਡ ਦੀ ਬਿਲਡਿੰਗ, ਉਹ ਸਾਰੀ ਬਿਲਡਿੰਗ ਬਣਵਾ ਕੇ ਉਹਨੇ ਉੱਥੇ 4000 ਬੰਦੇ ਦੇ ਰਹਿਣ ਦਾ ਇੰਤਜ਼ਾਮ ਕੀਤਾ। ਕਿਆ ਬਾਤ। ਹਾਂਜੀ, ਇੱਥੋਂ ਤੱਕ ਹੈ ਲੋਕੀ ਬਾਥਰੂਮ ਭੇਜ ਰਹੇ ਨੇ, ਪਤਾ ਨਹੀਂ ਕੰਬਲ ਕਿੱਥੋਂ ਚੀਜ਼ਾਂ ਆ ਰਹੀਆਂ, ਕਿਸੇ ਨੂੰ ਕੁਝ ਨਹੀਂ ਪਤਾ। ਇਹ ਤੇ ਕੋਈ ਅੱਲਾ ਦੀ, ਖੁਦਾ ਦੀ, ਕੋਈ ਵਾਹਿਗੁਰੂ ਦੀ ਨਾ ਉੱਥੇ ਬਖਸ਼ਿਸ਼ ਹੈ, ਜਿਹੜਾ ਉੱਥੇ ਜਾਂਦਾ ਉੱਥੋਂ ਬਾਹਰ ਨਿਕਲਣ ਨੂੰ ਉਹਦਾ ਜੀ ਨਹੀਂ ਕਰਦਾ। ਸੋ ਇਹ ਚੀਜ਼ ਨਹੀਂ ਮੁੱਕਣੀ। ਇਹਨਾਂ ਨੇ ਬੜੇ ਪੈਂਤੜੇ ਕਰਕੇ ਦੇਖ ਲਏ, ਇਹਨਾਂ ਨੇ ਬੰਦੇ ਭੇਜ ਕੇ ਦੇਖ ਲਏ, ਪੁਲਿਸ ਭੇਜ ਕੇ ਦੇਖ ਲਈ, ਬੰਬ ਭੇਜ ਕੇ ਦੇਖ ਲਏ, ਉੱਥੇ ਇਹਨਾਂ ਨੇ ਗੋਲੀਆਂ ਭੇਜ ਕੇ ਦੇਖ ਲੀਆਂ, ਉੱਥੇ ਇਹਨਾਂ ਨੇ ਲੜਕੀਆਂ ਭੇਜੀਆਂ। ਲੁੱਕ, ਜਿਹੜੀ ਸੰਸਕ੍ਰਿਤੀ ਦਾ ਰੌਲਾ ਪਾਉਂਦੇ, ਇਹਨਾਂ ਦੀ ਕਿਹੜੀ ਸੰਸਕ੍ਰਿਤੀ ਹੈ, ਕੀ ਸੰਸਕ੍ਰਿਤੀ ਹੈ, ਦੱਸੋ ਮੈਨੂੰ। ਅਸੀਂ ਤਾਂ ਇੱਜ਼ਤਾਂ ਦੇ ਰਾਖੇ ਆ, ਮੇਰੇ ਪੰਜਾਬ ਦੇ ਸ਼ੇਰ, ਭਾਵੇਂ ਉਹ ਪਾਕਿਸਤਾਨ 'ਚ ਹੋਵੇ, ਭਾਵੇਂ ਉਹ ਇੰਡੀਆ 'ਚ ਹੋਵੇ, ਉਹ ਇੱਜ਼ਤਾਂ ਦੇ ਰਾਖੇ ਬਚਾਉਣ ਵਾਲੇ ਐ। ਉਹ ਏਦਾਂ ਗੰਦੀਆਂ ਲੜਕੀਆਂ ਖਰੀਦ ਕੇ ਉੱਥੇ ਭੇਜਦੇ। ਉਹਦੇ ਰਾਤ ਲੜਕੀਆਂ ਨੇ ਫੜੀਆਂ, ਕਿਉਂਕਿ ਸਾਰੀ ਰਾਤ ਉੱਥੇ ਪਹਿਰਾ ਲੱਗਦਾ ਹੈ, ਰੋਜ਼ ਉਹ ਪਹਿਰਾ ਲਾ ਰਹੇ ਸੀ, ਜਿਨ੍ਹਾਂ ਨੂੰ ਹੁਣੇ ਬਦਨਾਮ ਕਰ ਰਹੇ ਨੇ। ਲੇਕਿਨ ਜਦੋਂ ਤੁਸੀਂ ਉਹਨਾਂ ਨੂੰ ਕੰਟਰੋਲ ਕਰਨ ਦਾ ਕੋਈ ਪਲਾਨ ਨਹੀਂ ਬਣਾਇਆ, ਤੇ ਆਪ ਮੁਹਾਰੇ ਬੱਚੇ ਜਿਹੜੇ ਹੁਣ 18, 19, 20 ਸਾਲ ਦੇ, ਉੱਥੇ ਬਹੁਤ ਬੱਚੇ ਹੈਗੇ ਆ 22 ਸਾਲ ਦੇ, 25 ਸਾਲ ਦੇ, ਜਿਹਦੇ ਦੀ ਡੈਥ ਹੋਈ ਹੈ ਚਸ਼ਮਦੀਦ ਗਵਾਹ ਨੇ, ਜਿਹੜੀ ਲਾਲ ਕਿਲੇ ਦੇ ਅੰਦਰ, ਉਹ ਸਿਰਫ 24 ਸਾਲ ਦਾ ਬੱਚਾ, ਢਿੱਡ 'ਚ ਗੋਲੀ ਵੱਜੀ ਹੈ ਤੇ ਉਹਨਾਂ ਨੇ ਦੱਸਿਆ। ਸੋ ਕਹਿਣ ਦਾ ਮਤਲਬ ਹੈ, ਐਡੇ ਯੰਗ ਮੇਲਸ ਨੂੰ, ਉਹਨਾਂ ਨੂੰ ਜਦ ਤੱਕ ਤੁਸੀਂ ਸਹੀ ਪ੍ਰੋਗਰਾਮ ਨਹੀਂ ਦਿਓਗੇ ਤੇ ਰੋਜ਼ ਝੂਠ ਬੋਲੋਗੇ, ਵਰਗਲਾਓਗੇ। ਹੁਣ ਕਿਹੜਾ ਜ਼ਮਾਨਾ ਜਾ ਰਿਹਾ, ਸਾਰੇ ਬੱਚੇ ਪੜ੍ਹੇ ਲਿਖੇ, ਕੋਈ ਅਨਪੜ੍ਹ, ਗਵਾਰ, ਗਰੀਬ ਕੋਈ ਨਹੀਂ ਉੱਥੇ ਹੈਗਾ। ਹੁਣ ਉਹਨਾਂ ਨੇ ਇਹਨਾਂ ਦੀ ਸੰਗੀ ਦੇ ਵਿੱਚ ਹੁਣ ਜਿਹੜਾ ਅੰਗੂਠਾ ਤੇ ਦੇਣਾ ਹੀ ਦੇਣਾ ਹੈ। ਤੁਸੀਂ ਦੇਖਿਓ, ਇਹ ਹਟਣਾ ਨਹੀਂ ਹੈ, ਇਹ ਹੋਰ ਵਧਣਾ ਹੈ, ਇਹ ਹੋਰ ਵਧੇਗਾ। ਔਰ ਇਹਦੇ ਜਿਹੜੇ ਜਿੰਨੇ ਵੀ ਇਹਦੇ ਅੱਗੋਂ ਜਿਹੜੇ ਕਨਸੀਕੁਐਂਸਸ ਹੋਣਗੇ, ਰਿਜ਼ਲਟ ਨਿਕਲਣਗੇ, ਉਹ ਮਾੜੇ ਹੋਣਗੇ ਜੇ ਇਹ ਗੂੰਗੀ ਬੋਲੀ ਸਰਕਾਰ ਨੇ। ਔਰ ਇਹਨਾਂ ਨੇ ਕਰਨਾ ਨਹੀਂ ਹੈ, ਇਹ ਸਾਨੂੰ ਪਤਾ ਹੈ, ਕਿਉਂਕਿ ਐਡਾ ਹੈਂਕੜਬਾਜ਼ ਹੈਗਾ ਮੋਦੀ, ਜਿਹੜਾ ਇਹਦੀ ਧੌਣ ਦੇ ਵਿੱਚ ਕਿੱਲਾ ਠੁਕਿਆ ਹੋਇਆ ਹੈ। ਇਹ ਕਿਸੇ ਦੇ ਕਹਿਣੇ 'ਚ ਨਹੀਂ ਆਂਦਾ, ਕਿਉਂਕਿ ਇਹਦੀ ਆਪਣੀ ਜ਼ਿੰਦਗੀ, ਇਹ ਆਪ ਤੋਤਾ ਹੈ ਪਿੰਜਰੇ ਦਾ। ਇਹਦੀ ਆਪਣੀ ਜ਼ਿੰਦਗਾਨੀ ਜਿਹੜੀ ਹੈਗੀ ਹੈ ਨਾ, ਉਹ ਗਿਰਵੀ ਪਈ ਹੋਈ ਆ ਉਹਨਾਂ ਅਡਾਨੀਆਂ ਅੰਬਾਨੀਆਂ ਦੇ ਕੋਲ। ਐਵੇਂ ਤੇ ਨਹੀਂ ਇਹਨੇ ਉੱਥੇ ਵੱਡੇ ਜਿਹੜੇ ਵੱਡੇ ਗੋਦਾਮ ਬਣਵਾਏ ਆ ਬਠਿੰਡੇ ਦੇ ਵਿੱਚ ਤੇ ਪਾਣੀਪਤ ਦੇ ਵਿੱਚ, ਵੀ ਲੋਕਾਂ ਦੀਆਂ ਫਸਲਾਂ ਦਾ ਜਿੰਨਾ ਮਰਜ਼ੀ ਸਟੋਰੇਜ ਅਸੀਂ ਪਹਿਲਾਂ ਹੀ ਉੱਥੇ ਕਰ ਲਾਂਗੇ। ਉਹ ਕਿੱਦਾਂ ਬਣ ਗਏ ਉੱਥੇ, ਜੇ ਪਹਿਲਾਂ ਇਹਨਾਂ ਨੂੰ ਪਤਾ ਨਹੀਂ ਸੀ ਤਾਂ? They already knew, because now they want to loot every single human being of that India in order to fill up their big stomachs. ਤੇ ਉਹ ਹੋਣਾ ਨਹੀਂ ਹੈ, ਉਹ ਨਹੀਂ ਹੋਣਾ। ਕਵਨੀਤ ਜੀ, ਇਹ ਜਿਹੜਾ ਸਿਨੈਰੀਓ ਹੁਣ ਭੈਣ ਜੀ ਨੇ ਡਰਾ ਕੀਤਾ ਹੈ, ਇਹ ਤੇ ਬਹੁਤ ਹੀ ਨੈਗੇਟਿਵ ਲੱਗ ਰਿਹਾ ਮੈਨੂੰ। ਔਰ ਜਿਸ ਤਰ੍ਹਾਂ ਅੱਗੇ ਕਿਰਪਾਲ ਭਾਜੀ ਨੇ ਕਹਿ ਰਹੇ ਸੀ ਕਿ ਇਹ ਤੇ ਬ੍ਰੇਕੇਜ ਵੱਲ ਜਾ ਸਕਦਾ ਸਿਲਸਿਲਾ, ਔਰ ਅਗਰ ਯੂਥ ਇਸ ਤਰ੍ਹਾਂ ਉਹਨੂੰ ਨਾ ਸੈਟੀਸਫਾਈ ਕੀਤਾ ਗਿਆ, ਔਰ ਉਹ ਅਗਰ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਅੱਜ ਹੋਇਆ, ਅਗਰ ਆਊਟ ਆਫ ਕੰਟਰੋਲ ਚਲੇ ਗਏ ਔਰ ਬਹੁਤ ਜ਼ਿਆਦਾ ਤਾਦਾਦ ਵਿੱਚ ਚਲੇ ਗਏ, ਫਿਰ ਤਾਂ ਬੜਾ ਮਸਲਾ ਬਣ ਜਾਊਗਾ। ਇਹਦੀ ਐਂਡ ਗੇਮ ਤੁਹਾਨੂੰ ਕੀ ਲੱਗ ਰਹੀ ਹੈਗੀ? ਸਰ ਭਾਈ, ਤੁਸੀਂ ਨੋਟ ਕਰੋ, ਇਹ ਸਾਰਾ ਮਸਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ, ਕੋਵਿਡ ਦੇ ਟਾਈਮ ਬਿਫੋਰ, ਜਿਹੜਾ ਫਾਰਮਰਸ ਪ੍ਰੋਟੈਸਟ, ਜਿਹੜਾ ਕੁਝ ਹੁਣ 4-5 ਮਹੀਨੇ ਹੋ ਚੁੱਕੇ ਨੇ, ਸਪਟੈਂਬਰ ਸ਼ੁਰੂ ਹੋ ਗਿਆ ਸੀ ਬੜੀ ਵੱਡੀ ਤਾਦਾਦ, ਉਸ ਤੋਂ ਪਹਿਲਾਂ ਹੀ ਆਲ ਅਕ੍ਰੋਸ ਇੰਡੀਆ, ਖਾਸ ਕਰਕੇ ਦਲਿਤ ਤੇ ਜਿੰਨੇ ਸੋਸ਼ਲਿਸਟ ਐਕਟਿਵਿਸਟ ਐਕੈਡੈਮਿਕ ਸੀ, ਜਿਹੜੇ ਬੜੇ ਹੰਡੇ ਹੋਏ ਸਿਆਣੇ ਪੁਰਾਣੇ ਬੰਦੇ ਜਿਨ੍ਹਾਂ ਦਾ ਬਹੁਤ ਨਾਮ ਹੈਗਾ, ਤੇ ਜਿਹੜੇ ਵੱਖ-ਵੱਖ ਲੇਖ ਲਿਖਦੇ ਨੇ, ਕੋਈ ਜੰਗਲਾਂ 'ਚ ਵਿਚਾਰਾ ਵੱਸ ਰਿਹਾ, ਕੋਈ 90 ਸਾਲ ਦਾ ਬੰਦਾ, ਉਹਨਾਂ ਸਾਰਿਆਂ ਨੂੰ ਜੇਲ੍ਹ 'ਚ ਪਾਇਆ ਹੋਇਆ। ਉਹ ਕਿਉਂ? ਕਿਉਂਕਿ ਦੇ ਆਰ ਟਾਕਿੰਗ ਅਬਾਊਟ ਦ ਰਾਈਟਸ of the lowered people, ਜਿਹੜੇ ਵਰਕਿੰਗ ਕਲਾਸ ਬੰਦੇ ਨੇ, ਕੋਈ ਜੰਗਲਾਂ 'ਚ ਟਰਾਈਬਲ ਨੇ, ਕੋਈ ਦਲਿਤ ਨੇ, ਕੋਈ ਸ਼ੂਦਰ ਨੇ, ਜਿੰਨੇ ਵੀ ਧੱਕੇ ਖਾਣ ਦੇ ਨੇ, ਉਹਨਾਂ ਦੀਆਂ ਗੱਲਾਂ ਕਰਨ ਵਾਸਤੇ ਸਾਰੇ ਸਟੇਟਾਂ ਦੇ ਵਿੱਚ ਇਹ ਆਵਾਜ਼ ਉੱਠੀ ਹੋਈ ਹੈ। ਪ੍ਰੋਬਲਮ ਹੈਗੀ ਹੈ ਕਿ ਉਹ ਜਦੋਂ ਰੂਲਿੰਗ ਪਾਰਟੀ ਦੇ ਬਰਖਲਾਫ ਮਾੜੀ ਮੋਟੀ ਵੀ ਗੱਲ ਕਰਦੇ ਨੇ, ਕਹਿੰਦੇ ਵੀ ਜੇ ਇਹ ਬੋਲਣ ਲੱਗ ਪਏ ਤੇ ਸਾਰਾ ਕੰਮ ਗੜਬੜ ਹੋ ਜੂ। ਅੱਛਾ, ਉਹ ਤੇ ਇਹਨਾਂ ਨੇ ਕੰਟਰੋਲ ਕਰ ਲਿਆ ਨੈਰੇਟਿਵ ਕਿਸੇ ਤਰੀਕੇ ਨਾਲ, ਸਭ ਨੂੰ ਜੇਲ੍ਹ 'ਚ ਪਾਤਾ ਸਾਰੇ ਬੰਦਿਆਂ ਨੂੰ, ਬਿਕੋਜ਼ ਉਹਨਾਂ ਦਾ ਸਪਿਰਿਟ ਜਿਹੜੀ ਹੈਗੀ ਹੋਰ ਢੰਗ ਦੀ ਹੈ ਪੰਜਾਬ ਤੋਂ। ਪੰਜਾਬ ਇਜ਼ ਗॉट ਸਮਥਿੰਗ ਵੈਰੀ ਯੂਨੀਕ। ਤੇ ਇਹ ਜਿਹੜਾ ਫਿਰ ਫਾਰਮਰਸ ਦਾ ਉੱਠਿਆ, ਇਹ ਜਿਹੜੀ ਮੁਹਿੰਮ ਚੱਲੀ ਹੈ, ਇੰਨੀ ਵੱਡੀ ਚੱਲ ਪਈ ਹੈ ਕਿ ਇਹਦੇ ਨਾਲ ਹੁਣ
ਬੱਚਾ ਸਾਰੇ ਪਾਸੇ ਇੰਡੀਆ ਦਾ ਦੇ ਹੈਵ ਗॉट ਟੂ ਨੋ। ਹਾਲੀ ਕੇ ਮੈਸੇਜ ਕੰਪਲੀਟ ਨਹੀਂ ਹਲੀ ਹੋਇਆ ਬਿਕੋਜ਼ ਜਿੱਦਾਂ ਭੈਣ ਜੀ ਅਗਲ ਗੱਲ ਕਰ ਰਹੇ ਸੀ, ਗੋਦੀ ਮੀਡੀਆ ਇਜ਼ ਕੰਟਰੋਲਡ ਬਾਈ ਦ ਇੰਡੀਅਨ ਗਵਰਨਮੈਂਟ ਥਰੂ ਵਿਦ ਦ ਹੈਲਪ ਆਫ ਦੇਅਰ ਕ੍ਰੋਨੀ ਕੈਪੀਟਲਿਸਟ ਜਿਹੜੇ ਉਹਨਾਂ ਦੇ ਹੈਗੇ ਨੇ ਸਾਰੇ, ਤੇ ਉਹ ਓਨ ਕਰਦੇ ਨੇ 80% ਦੇ ਮੀਡੀਆ। ਸੋ ਜੇ ਉਹ ਵਾਕਈ ਇੰਡੀਪੈਂਡੈਂਟ ਮੀਡੀਆ ਹੁੰਦੀ, ਹੁਣ ਤੱਕ ਕੰਨਿਆ ਕੁਮਾਰੀ ਤੋਂ ਲੈ ਕੇ ਅਸਾਮ ਤੋਂ ਲੈ ਕੇ ਗੁਜਰਾਤ ਤੱਕ ਸਾਰਿਆਂ ਨੇ ਪਹੁੰਚ ਜਾਣਾ ਸੀ ਦਿੱਲੀ। ਹਾਲੀ ਤਾਂ ਸਾਰੀ ਪਹੁੰਚੀ ਨਹੀਂ। ਬਟ ਜਿਸ ਤਰ੍ਹਾਂ ਤੁਸੀਂ ਅੱਗੇ ਸਵਾਲ ਪੁੱਛ ਰਹੇ ਸੀ, ਇਹ ਨੈਰੇਟਿਵ ਜਿਹੜਾ ਹੁਣ ਤੱਕ ਜੋ ਹੋਇਆ somehow has managed to be reasonably okay, at least ਜਿਹੜਾ ਕੱਲ ਦੀ ਇਵੈਂਟ ਦੀ ਗੱਲ ਕਰ ਰਹੇ ਹਾਂ। ਬਟ ਮੂਵਿੰਗ ਫਾਰਵਰਡ, ਜੇ ਉੱਥੇ ਇਸ ਵੇਲੇ 10 ਲੱਖ ਤੋਂ ਉੱਤੇ ਬੰਦਾ ਬਲੌਕੇਡ ਕਰ ਰਿਹਾ, ਇਨਕੈਂਪਡ ਹੈ ਦਿੱਲੀ ਦੇ ਆਲੇ ਦੁਆਲੇ ਘੇਰਾ ਪਾ ਕੇ, ਇਹ ਹੁਣ ਘਟਨਾ ਨਹੀਂ ਵਧੀ ਜਾਣਾ। ਜੇ ਉੱਥੇ ਅਗਲੇ 2 ਮਹੀਨੇ 3 ਮਹੀਨਿਆਂ ਦੇ ਵਿੱਚ ਹੋਰ ਬੈਠੇ ਰਹੇ ਤੇ ਉੱਥੇ 20-25 ਲੱਖ ਬੰਦਾ ਆ ਕੇ ਬਹਿ ਜਾਵੇ, then there is no end in sight। ਗਵਰਨਮੈਂਟ ਨੂੰ ਝੁਕਣਾ ਪੈਣਾ, ਜਾਂ ਨਾ ਝੁਕੇ ਤੇ there is a likelihood of civil unrest। ਤੇ civil unrest ਜਿੱਦਣ ਹੋ ਗਿਆ, ਹਾਲੀ ਹੋਇਆ ਨਹੀਂ, ਪਰ ਜੇ ਕਿਤੇ ਰੱਬ ਨਾ ਕਰੇ, ਖੁਦਾ ਨਾ ਖਾਸਤਾ ਜੇ ਹੋ ਗਿਆ ਤੇ ਇਹਨਾਂ ਕੋਲ ਕੰਟਰੋਲ ਨਹੀਂ ਹੋਣਾ। Why? Because one of the reasons is ਕਿ ਜਿਹੜੀ ਲੋਕਲ ਪੁਲਿਸ ਹੈ, CRP ਹੋਗੀ, ਆਰਮੀ ਹੋਗੀ, ਉਹ ਕੌਣ ਨੇ? ਉਹ ਕੋਈ ਸਮਾਨੋ ਡਿੱਗੇ ਨਹੀਂ ਹੈਗੇ, ਤੇ ਨਾ ਹੀ ਉਹ ਗੁਜਰਾਤ ਦੇ ਬੰਦੇ ਨੇ। ਉਹ ਬੰਦੇ ਮੋਸਟਲੀ ਕੋਈ ਮੱਧ ਪ੍ਰਦੇਸ਼ ਦਾ, ਯੂਪੀ ਦਾ, ਹਰਿਆਣਾ, ਪੰਜਾਬ ਤੋਂ ਬਹੁਤ ਤਾਦਾਦ ਚ ਬੰਦੇ ਨੇ ਇਨ ਆਲ ਦੋਜ਼ ਸੈਕਟਰਸ। ਤੇ ਉਹਨਾਂ ਨੇ ਕਹਿਣਾ ਵੀ ਸਾਡੇ ਭੈਣ ਭਰਾ ਨੂੰ ਤੁਸੀਂ ਕੁੱਟ ਰਹੋ, ਐਵੇਂ ਕੁੱਟੀ ਜਾਣ ਦੇ ਹੋ, ਤੇ ਉਹਨਾਂ ਨੇ ਐਟ ਦ ਬੇਅਰ ਮਿਨੀਮਮ ਵਿਲ ਬਿਕਮ ਨਿਊਟਰਲ। ਤੇ ਜੇ ਨਿਊਟਰਲ ਹੋ ਗਏ ਤੇ ਸਿਵਲ ਅਨਰੈਸਟ ਇਜ਼ ਦ ਲਾਸਟ ਥਿੰਗ ਐਨੀ ਕੰਟਰੀ ਵਾਂਟਸ। ਤੇ that should never happen, but that the likelihood is increasing day by day, and likelihood increase ਕਰ ਰਿਹਾ। ਹਾਂ, ਤੇ that should not happen। ਪਤਾ ਨਹੀਂ ਕਿਉਂ ਇਹ ਉਸ ਨੂੰ ਗੱਲ ਨੂੰ ਸਮਝ ਨਹੀਂ ਰਹੇ ਕਿ ਇੰਨੀ ਭੁੱਖ ਹੈ, ਇੰਨੀ ਹਫਸ ਜਿਹਨੂੰ ਕਹਿੰਦੇ ਨੇ, ਕਿ ਇੰਨੀ ਜ਼ਿਆਦੀ ਗਰੀਡ ਹੋ ਚੁੱਕੀ ਹੈ of a few politicians, ਤੇ this has to stop somehow। I hope ਕਿ ਜਿਹੜੇ ਸਿਆਣੇ ਦਿੱਲੀ 'ਚ ਬੈਠੇ ਨੇ, ਇਹਨਾਂ ਦੇ ਐਡਵਾਈਜ਼ਰ, ਉਹਨਾਂ ਨੂੰ ਕੋਈ ਅਕਲ ਆ ਜਾਏ ਛੇਤੀ। ਨਹੀਂ, ਉਹ ਭੈਣ ਜੀ ਨੇ ਦੱਸ ਦਿੱਤਾ ਕਿ ਉਹ ਨਹੀਂ ਆਏਗੀ। ਕਿਰਪਾਲ ਜੀ, ਆਖਿਰ ਦੇ ਤੁਸੀਂ ਜ਼ਰਾ ਮੈਨੂੰ ਦੱਸਣਾ ਕਿ ਇਹਨੂੰ ਕਿਸ ਤਰ੍ਹਾਂ ਤੁਸੀਂ ਹੈਂਡਲ ਕਰੋਗੇ? ਕਿ ਦੇਖੋ, ਉਹ ਚਾਹੁੰਦੇ ਨੇ ਕਿ ਜਿਹੜੀ ਵਿਲ ਹੈ ਨਾ ਲੋਕਾਂ ਦੀ, ਉਹ ਟੁੱਟ ਜਾਏ। ਕਿਆ ਪੋਸੀਬਲ ਹੈ ਵੇ ਕਿ ਉਹਨਾਂ ਦੀ ਵਿਲ ਟੁੱਟ ਜਾਏ ਪੰਜਾਬ ਦੇ ਨੌਜਵਾਨ ਦੀ? ਨਹੀਂ ਜੀ, ਬਿਲਕੁਲ ਨਹੀਂ ਟੁੱਟਣੀ। ਇਹ ਜਿੰਨੀ ਮਰਜ਼ੀ ਕਮੀਨਗੀ ਕਰ ਲੈਣ, ਕਿਉਂਕਿ ਇਹ ਟੋਟਲੀ ਸੋਚਦਾ ਵੀ ਸਾਡੀ ਕਮਿਊਨਿਟੀ ਦੇ ਨਾਲ ਇਹ ਲੋਕ ਸਿੱਖ ਐਂਡ ਟਾਇਰਡ ਹੋ ਜਾਣਗੇ। ਇਹ ਪੰਜਾਬ ਦੇ ਕਰੈਕਟਰ ਦੇ ਵਿੱਚ ਨਹੀਂ ਹੈਗਾ। ਜੇ ਉਹਨਾਂ ਨੂੰ ਸਿੱਖ ਹਿਸਟਰੀ ਦਾ ਮਾੜਾ ਮੋਟਾ ਵੀ ਪਤਾ ਹੋਊਗਾ ਨਾ, ਤੇ ਉਹਦੇ 'ਚ ਨਿਗਾਹ ਮਾਰ ਕੇ ਦੇਖ ਲੈਣ। ਇਹਦੇ ਨਾਲ ਡਿਸਟਰਬੈਂਸ ਕੰਟਰੀ ਦੇ ਵਿੱਚ, ਜਾਂ ਕੱਲ ਨੂੰ ਬ੍ਰੇਕੇਜ, ਪਤਾ ਨਹੀਂ ਕੀ ਹੋਊਗਾ ਰਿਜ਼ਲਟ। ਕਿਉਂਕਿ ਗੱਲ ਇਹ ਹੋਈ ਆ ਕਿ ਹੁਣ ਪੰਜਾਬ ਤੋਂ ਜਿਹੜੀ ਇਨਸਪੀਰੇਸ਼ਨ ਹੈ ਨਾ ਜੀ, ਦੂਸਰੇ ਸਟੇਟਸ ਨੂੰ ਵੀ ਮਿਲ ਰਹੀ ਹੈ। ਇਹ ਹੁਣ ਪੰਜਾਬ ਇਕੱਲਾ ਹੀ ਨਹੀਂ, ਦੂਸਰੇ ਸਟੇਟਸ ਨੇ ਜਿਨ੍ਹਾਂ ਨੇ ਕਦੇ ਵੀ ਇੱਦਾਂ ਦੀਆਂ ਲੜਾਈਆਂ ਨਹੀਂ ਲੜੀਆਂ, ਉਹ ਵੀ ਇਸ ਲੜਾਈ ਦੇ ਵਿੱਚ ਕੁੱਦ ਪਏ। ਤੇ ਇਹ ਨੰਬਰ ਉਸ ਐਕਸਟੈਂਟ ਤਾਈਂ ਤਾਂ ਪਵਾਂ ਨਾ, ਹੁਣ ਉੱਥੋਂ ਆਉਣ ਜਿੰਨੇ ਪੰਜਾਬ 'ਚੋਂ ਆ ਜਾਣੇ ਆ, ਪਰ ਉੱਥੋਂ ਵੀ ਆ ਜਾਣੇ। ਤੇ ਜੇ ਟੋਟਲ ਕੰਟਰੀ ਦੇ ਵਿੱਚ ਅਨਰੈਸਟ ਹੋ ਜਾਂਦਾ, ਤੇ ਉਹਨੂੰ ਮੁੜ ਕੇ ਪੈਰਾਂ ਤੇ ਲਿਆਉਣ ਲਈ ਸੈਂਚਰੀਆਂ ਲੱਗਦੀਆਂ ਇੱਦਾਂ ਦੀਆਂ ਚੀਜ਼ਾਂ ਨੂੰ ਰੀਗੇਨ ਕਰਨ ਲਈ। ਜਿਹੜਾ ਮਿਸਟਰਸਟ, ਇਹ ਜਿਹੜਾ ਮਿਸਟਰਸਟ ਜਿਹੜਾ ਕ੍ਰੀਏਟ ਕਰਨ ਦੀ ਇਹਨਾਂ ਨੇ ਪਾਲਿਸੀ ਅਡੋਪਟ ਕੀਤੀਆਂ ਨੇ ਜੀ, ਇਹ ਨਲਾਇਕਤਾ ਕਰਕੇ। ਅਦਰਵਾਈਜ਼ ਸੋਲਿਊਸ਼ਨ ਤਾਂ ਇਜ਼ ਵੈਰੀ ਸਿੰਪਲ। ਤੁਸੀਂ ਵਾਟਸ ਅ ਬਿਗ ਡੀਲ ਕਿ ਉਹਨਾਂ ਨੂੰ ਵਾਪਸ ਲੈ ਲਓ, ਲੈ ਕੇ ਲੈਟ ਦ ਕੰਟਰੀ ਬਿਕਮ ਨਾਰਮਲ। ਔਰ ਜਿਸ ਵੇਲੇ ਨਾਰਮਲ ਹੋ ਜਾਂਦਾ ਲੋਕਾਂ ਦਾ ਬਿਹੇਵੀਅਰ, ਪੀਪਲ ਆਰ ਐਟ ਪੀਸ, ਉਸ ਵੇਲੇ ਤੁਸੀਂ ਮੁੜ ਕੇ ਲੈ ਆਓ, ਕਰ ਲਓ। ਲੈਟ ਦ ਡਿਬੇਟ ਗੋ ਔਨ ਕੱਲੀ। ਐਂਡ ਨਾਟ ਓਨਲੀ ਦੈਟ, ਜਿਹੜੀ ਵੱਡੀ ਚੀਜ਼ ਹੈ ਨਾ ਜੀ, ਉਹ ਹੈਗਾ ਕਿ ਗੋ ਬੈਕ ਟੂ ਦੀ ਕਨਸਟੀਟਿਊਸ਼ਨ। ਕਨਸਟੀਟਿਊਸ਼ਨ ਡਿਮਾਂਡ ਕਰਦੀ ਆ ਕਿ ਇਟਸ ਅ ਸਟੇਟ ਸਬਜੈਕਟ, ਇਟਸ ਨਾਟ ਅ ਕੰਟਰੀ ਸਬਜੈਕਟ, ਇਟਸ ਅ ਸਟੇਟ ਸਬਜੈਕਟ। ਉਹਨਾਂ ਨੂੰ ਉਹਨਾਂ ਦੇ ਰਾਈਟਸ ਦਿਓ, ਤਾਂ ਕਿ ਇਹ ਰਾਜੇ ਬਣਨ ਵਾਲਾ ਜਿਹੜਾ ਡਰਾਮਾ ਹੈ ਨਾ, ਕਿ ਜੀ ਮੈਂ ਸਾਰੇ ਮੁਲਕ ਦਾ ਰਾਜਾ ਬਣ ਜਾਵਾਂ, ਉਹਨੂੰ ਆਪਣੇ ਮਾਈਂਡ ਦੇ ਵਿੱਚ ਬਾਹਰ ਕੱਢ ਲਓ। ਬਾਹਰ ਕੱਢ ਕੇ ਤੇ ਫਿਰ ਇਹਦਾ ਸੋਲੂਸ਼ਨ ਹੋ ਸਕਦਾ ਕਿ ਸਾਈਕੀ ਤਾਂ ਲੋਕਾਂ ਦੀ ਚੇਂਜ ਕਰਨ ਦੀ ਲੋੜ, ਆਪਣੀ ਚੇਂਜ ਕਰਨ ਦੀ ਲੋੜ ਹੈ ਲੀਡਰਸ਼ਿਪ ਨੂੰ। ਉਹਨਾਂ ਨੂੰ ਇਹਨਾਂ ਜਿਹੜਾ ਮਤਲਬ ਅੱਖਾਂ ਬੰਦ ਕਰਕੇ ਇਹ ਬੈਠੇ ਹੋ ਨਾ, ਤੇ ਨਲਾਇਕੀ ਵਾਲੀਆਂ ਜਿਹੜੀਆਂ ਗੱਲਾਂ ਕਰਨ ਡਿਆ, ਇਹਦੇ ਵਿੱਚੋਂ ਬਾਹਰ ਨਿਕਲ ਕੇ ਤੇ ਕੋਈ ਅਕਲ ਦੀ ਗੋਲੀ ਖਾਣ ਦੀ ਲੋੜ ਹੈ ਇਹਨਾਂ ਨੂੰ, ਹੋਰ ਕੋਈ ਕੁਝ ਨਹੀਂ। ਜੇ ਮਾੜਾ ਜਿਹਾ ਵੀ ਇਹ ਸੋਚਣਗੇ, ਜੇ ਤਾਂ ਉਹਨਾਂ ਨੇ ਬਚਾਉਣੀ ਹੈ ਕੰਟਰੀ, ਜੇ ਤਾਂ ਉਹਨਾਂ ਨੇ ਕੱਲ ਨੂੰ ਆਪਣਾ ਹਿਸਟਰੀ ਦੇ ਵਿੱਚ ਨਾਂ ਲਿਖਾਉਣਾ ਹੈ ਕਿ ਅਸੀਂ ਆਪਣੀ ਕੰਟਰੀ ਲਈ ਕੁਝ ਚੰਗਾ ਕੀਤਾ, ਤਾਂ ਫਿਰ ਤਾਂ ਉਹ ਇਹਨਾਂ ਕਾਨੂੰਨਾਂ ਨੂੰ ਵਾਪਸ ਲੈ ਲੈਣ। ਤੇ ਜੇ ਕੱਲ ਨੂੰ ਉਹਨਾਂ ਨੇ ਆਪਣੀ ਹਿਸਟਰੀ 'ਚ ਇਹ ਲਿਖਾਉਣਾ ਪਈ ਇਸ ਵੇਲੇ ਸਾਨੂੰ ਪੈਸੇ ਬਣਨੇ ਚਾਹੀਦੇ, ਸਾਨੂੰ ਕੋਈ ਕੱਲ ਨੂੰ ਗਦਾਰ ਕਹੇ ਜਾਂ ਜੋ ਮਰਜ਼ੀ ਕਹੇ, ਤਾਂ ਫਿਰ ਉਹਨਾਂ ਦੀ ਮਰਜ਼ੀ।
ਸੋ ਇਹ ਠੀਕ ਤਾਂ ਹੈ। ਇੱਥੇ ਗੱਲ ਇਸ ਵੇਲੇ ਮੇਰੇ ਹਿਸਾਬ ਨਾਲ ਮੁੱਕਦੀ ਆ ਤੇ ਚਲੋ ਅਸੀਂ ਭਾਜੀ ਇਹਦੇ ਚ ਅਸੀਂ ਦੁਆ ਹੀ ਕਰ ਸਕਨੇ ਆ। ਔਰ ਜਿੱਦਾਂ ਭੈਣ ਜੀ ਨੇ ਕਿਹਾ ਨਾ ਕਿ ਉਹਦੇ ਅਕਲ ਨਹੀਂ ਹੈ ਔਰ ਉਹਦੇ ਅੰਦਰ ਗਰਦਨ ਦੇ ਸਰੀਆ ਵੀ ਹੈ, ਉਹਦੇ ਚ ਉਮੀਦ ਤੇ ਨਹੀਂ, ਲੇਕਿਨ ਚਲੋ ਅਸੀਂ ਦੁਆ ਕਰ ਸਕਦੇ ਹਾਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਐਂਡ ਵਿਸ਼ ਯੂ ਐਂਡ ਵਿਸ਼ ਹੋਲ ਫਾਰਮਰਸ ਮੂਵਮੈਂਟ ਗੁੱਡ ਲੱਕ। ਔਰ ਕਿਰਪਾਲ ਜੀ ਤੁਹਾਡਾ ਬਹੁਤ ਸ਼ੁਕਰੀਆ, ਜਸਵੀਰ ਭੈਣ ਜੀ ਤੁਹਾਡਾ ਬਹੁਤ ਸ਼ੁਕਰੀਆ ਜੀ, ਕਵਨੀਤ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਇਨਸ਼ਾਅੱਲਾ ਰਾਬਤਾ ਰਹੇਗਾ ਔਰ ਸਾਡੀ ਦੁਆ ਆਖਿਰ ਤੱਕ ਫਿਰ ਵੀ ਰਹੇਗੀ ਤੁਹਾਡੇ ਨਾਲ ਕਿ ਤੁਹਾਡੇ ਵਾਸਤੇ ਬਿਹਤਰ ਹੋਵੇ ਔਰ ਕਿਸਾਨਾਂ ਵਾਸਤੇ ਬਹੁਤ ਬਿਹਤਰ ਹੋਵੇ ਔਰ ਸਾਡੇ ਪੰਜਾਬ ਵਾਸਤੇ ਬਹੁਤ ਬਿਹਤਰ ਹੋਵੇ। ਬਿਲਕੁਲ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ।